TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਸਿੱਖ ਅਕੈਡਮੀ ਦੀ ਇੱਕ ਇਸ ਵਕਤ ਕਸ਼ਮਕਸ਼ ਚੱਲ ਰਹੀ ਹੈ। ਮਾਪੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਮਾਪਿਆਂ ਦੇ ਰੋਸ ਪ੍ਰਦਰਸ਼ਨ ਕਰਨ ਦਾ ਕਾਰਨ ਕੀ ਹੈ? ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਇਸੇ ਹੀ ਸਿੱਖ ਅਕੈਡਮੀ ਦੀ, ਜੋ ਕਿ ਇੱਕ ਪ੍ਰਾਈਵੇਟ ਅਦਾਰਾ ਚਲਾਇਆ ਜਾ ਰਿਹਾ ਹੈ, ਬੀਤੇ ਵਰੇ ਵੀ ਇਸੇ ਤਰ੍ਹਾਂ ਦੀ ਇੱਕ ਲਗਭਗ ਗੱਲਬਾਤ ਸਾਹਮਣੇ ਆਈ ਸੀ ਜਦੋਂ ਪ੍ਰਿੰਸੀਪਲ ਨੂੰ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ। ਪਰ ਉਸ ਤੋਂ ਬਾਅਦ ਲੱਗਿਆ ਕਿ ਸਭ ਕੁਝ ਠੀਕ ਠਾਕ ਹੋ ਗਿਆ, ਪਰ ਇੱਕ ਵਾਰ ਫਿਰ ਤੋਂ ਇਹ ਸੁਲਗਦਾ ਮਾਮਲਾ ਇਸ਼ੂ ਫਿਰ ਸਭਨਾਂ ਦੀਆਂ ਨਜ਼ਰਾਂ ਵਿੱਚ ਹੈ। ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰ ਤਸਵੀਰ ਦੇ ਦੋਵੇਂ ਪਾਸੇ ਦਿਖਾਏ ਜਾਣਗੇ। ਮਾਪੇ ਕਿਉਂ ਇਸ ਵਕਤ ਰੋਸ ਪ੍ਰਦਰਸ਼ਨ ਕਰ ਰਹੇ ਨੇ ਤੇ ਮਾਪਿਆਂ ਦੀ ਮੰਗ ਕੀ ਹੈ, ਤੇ ਦੂਸਰੇ ਪਾਸੇ ਸਿੱਖ ਅਕੈਡਮੀ ਵਾਲੇ ਉਹਦੇ ਉੱਤੇ ਆਪਣੀ ਸਫਾਈ ਕੀ ਦੇ ਰਹੇ ਨੇ। ਅਸੀਂ ਦੋਵੇਂ ਧਿਰਾਂ ਨੂੰ ਇਸ ਵਕਤ ਸਕਰੀਨ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮਸਲੇ ਦਾ ਅਸਲ ਆਧਾਰ ਕੀ ਹੈ ਤੇ ਅਸਲੀਅਤ ਕੀ ਹੈ। ਆਓ ਕੁਝ ਮਾਪਿਆਂ ਅਤੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰੀਏ। ਹਰਪਾਲ ਸਿੰਘ ਜੀ, ਜਿਹੜਾ ਇਹ ਇਸ ਵਕਤ ਇਸ਼ੂ ਚੱਲ ਰਿਹਾ ਹੈ, ਇਹ ਕਿੰਨਾ ਕੁ ਪੁਰਾਣਾ ਹੈ ਤੇ ਤੁਹਾਨੂੰ ਕਿਉਂ ਲੱਗਦਾ ਕਿ ਹੁਣੇ ਇਹਦੇ ਉੱਤੇ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ? ਇਹ ਅਕਤੂਬਰ ਤੋਂ ਜੀ, ਜਦੋਂ ਇਹਨਾਂ ਨੇ ਮਿਸਟਰ ਹੇਅਰ ਨੂੰ ਫਾਇਰ ਕਰ ਦਿੱਤਾ ਸੀਗਾ, ਮੁੜ ਕੇ ਪੇਰੈਂਟਸ ਸਾਰਿਆਂ ਦਾ ਜ਼ੋਰ ਪਾਉਣ ਦੇ ਉੱਤੇ ਫਿਰ ਮੁੜ ਕੇ ਗਲਤੀ ਮੰਨੀ, ਮੁੜ ਕੇ ਉਹਨਾਂ ਨੇ ਰੀਇਨਸਟੇਟ ਕੀਤਾ। ਉਦੋਂ ਤੋਂ ਗੱਲ ਜਿਹੜੀ ਆ ਨਿਕਲ ਗਈ ਬਾਹਰ। ਮੁੜ ਕੇ ਉਦੋਂ ਤਾਂ ਕਹਿ ਗਏ ਵੀ ਭਾਈ ਗਾਂ ਤੋਂ ਜੇ ਕੋਈ ਅਸੀਂ ਐਡਮਿਨਿਸਟ੍ਰੇਟਿਵ ਦੇ ਸੁਸਾਇਟੀ ਦੇ ਸੰਬੰਧੀ ਫੈਸਲੇ ਕਰਾਂਗੇ, ਉਹਦੇ ਵਿੱਚ ਪੈਕ ਨੂੰ, ਪੇਰੈਂਟਸ ਐਡਵਾਈਜ਼ਰੀ ਕੌਂਸਲ ਨੂੰ, ਪੇਰੈਂਟਸ ਦੀ ਵੌਇਸ ਨੂੰ ਨਾਲ ਰੱਖ ਕੇ ਸਲਾਹ ਦੇ ਨਾਲ ਕਰਾਂਗੇ। ਪਰ ਮੁੜ ਕੇ ਇਹਨਾਂ ਨੇ ਕੋਈ ਸਾਡੇ ਨਾਲ ਸੰਪਰਕ ਨਹੀਂ ਕੀਤਾ। ਅਸੀਂ ਇਹਨਾਂ ਨੂੰ ਫੋਲੋ ਅਪ ਕਰਦੇ ਰਹੇ। ਪੇਰੈਂਟਸ ਚਾਹੁੰਦੇ ਸੀਗੇ ਵੀ ਮੈਂਬਰਸ਼ਿਪ ਵਿੱਚ ਲੈਣ, ਕਿਉਂਕਿ ਜਿਨ੍ਹਾਂ ਦੀ ਮੈਂਬਰ ਹੋਗੀ ਉਹ ਵੋਟ ਪਾਉਣਗੇ। ਮੈਂਬਰਸ਼ਿਪ ਦਾ ਹੱਕ ਓਰੀਜਨਲ ਬਾਇਲਾਅ 'ਚ ਸਾਡਾ ਲਿਖਿਆ ਹੋਇਆ 12 ਸਾਲ ਪੁਰਾਣਾ। ਲੋੜ ਮੁਤਾਬਕ ਪੇਰੈਂਟਸ ਸਮੇਂ-ਸਮੇਂ ਤੇ ਮੈਂਬਰ ਬਣਦੇ ਰਹੇ ਤੇ ਉਹ ਹੁਣ ਲੋੜ ਮਹਿਸੂਸ ਹੋ ਗਈ ਸੀ ਅਕਤੂਬਰ 'ਚ ਜੋ ਇਹਨਾਂ ਨੇ ਕੰਮ ਕੀਤਾ ਵੀ ਇਹ ਤੇ ਅੰਦਰ ਜਿਹੜੇ ਸਿਰਫ 12 ਹੀ ਮੈਂਬਰ ਸੀਗੇ ਤੇ 12 ਦੇ ਜੋ ਮਰਜ਼ੀ ਕਰ ਸਕਦੇ ਤੇ 10-20 ਬੰਦੇ ਹੋਰ ਵਿੱਚ ਚਾਹੀਦੇ ਆ। ਸੋ ਪੇਰੈਂਟਸ ਨੇ ਮੈਂਬਰਸ਼ਿਪ ਮੰਗੀ ਤੇ ਇਹਨਾਂ ਨੇ ਕਹਿਤਾ ਕਿ ਮੈਂਬਰਸ਼ਿਪ ਅਜੇ ਬੰਦ ਆ, ਜਦੋਂ ਖੁੱਲੂਗੀ ਦੱਸਾਂਗੇ। ਉਹ 14 ਫਰਵਰੀ ਨੂੰ ਪਤਾ ਲੱਗਾ ਵੀ 14 ਫਰਵਰੀ ਤੋਂ ਸਪੈਸ਼ਲ ਇਹਨਾਂ ਨੇ ਜਨਰਲ ਮੀਟਿੰਗ ਕੀਤੀ। ਉਦੋਂ 12 ਦੀ ਬਜਾਏ 18 ਬੰਦਿਆਂ ਨੇ ਵੋਟਾਂ ਪਾਈਆਂ। ਉਹ 6 ਬੰਦੇ ਇਹਨਾਂ ਨੇ ਬਾਹਰ ਦੇ ਕੋਈ ਆਪਣੇ ਮੈਂਬਰ ਬਣਾ ਲਏ, ਉਹਨਾਂ ਕੋਲ ਆਪਣੇ ਹੱਕ 'ਚ ਵੋਟਾਂ ਪਵਾ ਲਈਆਂ। ਪੇਰੈਂਟਸ ਨੂੰ ਬਾਹਰ ਰੱਖਿਆ ਵੀ ਮੈਂਬਰਸ਼ਿਪ ਚੱਲ ਓਪਨ ਨਹੀਂ ਹੈਗੀ। ਤੇ ਉਦੋਂ ਬਾਅਦ ਪੇਰੈਂਟਸ ਬਾਹਰ ਆ ਗਏ ਵੀ ਇਹਦਾ ਮਤਲਬ ਬਹੁਤ ਕੋਈ ਗਰੋਸ ਗਲਤ ਕੰਮ ਕੀਤਾ। ਉਹ ਗਲਤ ਕੰਮ ਅਸੀਂ ਪੁੱਛਦੇ ਰਹੇ ਵੀ ਕੀਤਾ ਕੀ 14 ਨੂੰ, ਇੰਨਾ ਤੇ ਦੱਸ ਦਿਓ। ਸਾਨੂੰ ਇਹਨਾਂ ਪਤਾ ਲੱਗਾ ਕੁਛ ਹੋਇਆ। ਉਹ ਵੀ ਨਹੀਂ ਦੱਸਿਆ ਜੀ ਤੁਹਾਨੂੰ? ਮਹਾਰਾਜ ਜੀ ਬਿਲਕੁਲ ਨਹੀਂ ਧਰਨੇ ਇਹਨਾਂ ਨੇ ਉਸ ਗੇੜੇ ਕਢਾਏ। ਸਾਰੇ ਪੇਰੈਂਟਸ ਦੁਖੀ ਵੀ ਕੋਈ ਜਵਾਬ ਤਾਂ ਦਿਓ। ਤੁਸੀਂ ਕਹਿਣ ਨੂੰ ਬੋਰਡ ਹੋ, ਸਾਰਾ ਤੁਸੀਂ ਹਰ ਕੰਟਰੋਲ ਆਪਣੇ 'ਚ ਹੱਥ 'ਚ ਰੱਖ ਦਿਓ ਵੀ ਦੱਸੋ ਤਾਂ ਸਹੀ ਕਰਦੇ ਕੀ ਹੋ। 22 ਫਰਵਰੀ ਨੂੰ ਸਟੇਟ ਗਵਰਨਮੈਂਟ ਦੀ ਜਿਹੜੀ ਵੈਬਸਾਈਟ ਆ ਉਹਦੇ ਤੋਂ ਪਬਲਿਕ ਡਾਕੂਮੈਂਟ ਜਦੋਂ ਸਾਨੂੰ ਪ੍ਰਾਪਤ ਹੋਇਆ ਵੀ ਇਹਨਾਂ ਨੇ ਰੈਜ਼ੋਲੂਸ਼ਨ 14 ਨੂੰ ਪਾਸ ਕਰਕੇ ਨਵੇਂ ਕੋਈ ਬਾਇਲਾਅ ਸਿਰੇ ਤੋਂ ਨਵੇਂ ਬਣਾ ਕੇ 13 ਬੰਦਿਆਂ ਨੇ ਨਵੇਂ ਬਾਇਲਾਅ ਦੇ ਹੱਕ 'ਚ ਵੋਟਾਂ ਪਾਈਆਂ ਤੇ 5 ਜਿਹੜੇ ਪੁਰਾਣੇ ਓਰੀਜਨਲ ਮੈਂਬਰ ਸੀਗੇ ਉਹਨਾਂ ਨੇ ਸਿਰਫ ਉਹਦੇ ਖਿਲਾਫ ਪਾਈਆਂ। ਤੇ 13 ਦੀ ਮੈਜੋਰਟੀ ਨਾਲ ਬਾਇਲਾਅ ਪੂਰੇ ਨਵੇਂ ਇਹਨਾਂ ਨੇ ਅਡਾਪਟ ਕਰ ਲਏ। ਅੱਛਾ, ਹੁਣ ਇਹ ਦੱਸਿਓ, ਜਿਹੜੇ 13 ਦੀ ਹਾਜ਼ਰੀ ਜਾਂ ਆਪਾਂ 13 ਦੀ ਸਹਿਮਤੀ ਤੇ 5 ਦੀ ਉਹਨਾਂ ਦੀ ਗੈਰ ਸਹਿਮਤੀ ਦੇ ਨਾਲ ਬਾਇਲਾਅ ਚੇਂਜ ਕਰ ਦਿੱਤੇ ਗਏ ਆ, ਮੂਲ ਤੌਰ ਤੇ ਜੇਕਰ ਦਰਸ਼ਕਾਂ ਨੂੰ ਦੱਸਣਾ ਹੋਵੇ ਜਿਹਦੇ ਤੇ ਇਤਰਾਜ਼ ਹੈ, ਚੇਂਜ ਕੀ ਕਰ ਦਿੱਤਾ ਗਿਆ ਜੀ? ਜਮਾਂ ਹੀ ਜੇ 2 ਕਾਪੀਆਂ ਸਾਹਮਣੇ ਰੱਖ ਲਓ ਤੇ ਕੱਖ ਵੀ ਨਹੀਂ ਰਲਦਾ, ਇੰਨੀ ਵੱਡੀ ਚੇਂਜ ਆ। ਮੂਲ ਤੌਰ ਤੇ ਜੇ ਗੱਲ ਕਰਨੀ ਹੋਵੇ ਮੋਟੀ ਸਭ ਤੋਂ ਪਹਿਲੀ ਚੀਜ਼ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰਵਉੱਚ ਸਥਾਨ ਓਰੀਜਨਲ ਬਾਇਲਾਅ 'ਚ ਲਿਖਿਆ 12 ਸਾਲਾਂ ਤੋਂ ਆਈ ਜਾਂਦਾ, ਔਰ ਉਹ 'ਤੇ ਸਪਸ਼ਟ ਲਿਖਿਆ ਵੀ ਜੇ ਕਿਸੇ ਨੇ ਟਰਸਟੀ ਬਣਨਾ, ਕਿਸੇ ਨੇ ਡਾਇਰੈਕਟਰ ਬਣਨਾ, ਨੋਮੀਨੇਟ ਹੋਣਾ, ਉਹ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖੜੇ ਹੋ ਕੇ ਆਪਣੀ ਐਲੀਜੀਬਿਲਿਟੀ ਸਵੀਕਾਰ ਕਰੇ, ਦੱਸੇ, ਪ੍ਰੂਵ ਕਰੇ ਤੇ ਫਿਰ ਉਹ ਗਾਂਵ ਪ੍ਰੋਸੈਸ ਜਿਹੜਾ ਉਹਦਾ ਉਹ 'ਚੋਂ ਲੰਘੇ। ਦੂਜੀ ਗੱਲ, ਜਿਹਨੇ ਨੋਮੀਨੇਟ ਹੋਣਾ ਉਹ ਗੁਰੂ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਵੇ, ਹੈ ਨਾ। ਤੇ ਉਹ ਵੀ ਸਾਰਾ ਕੱਢਤਾ, ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੱਢ ਦਿੱਤਾ। ਫਿਰ ਇਹਨਾਂ ਦੇ ਜਿਹੜੀ ਡਾਇਰੈਕਟਰਸ ਨੇ ਉਹਦੇ ਉੱਪਰ ਇੱਕ ਟਰਸਟੀਜ਼ ਬੋਡੀ, ਜਿੱਦਾਂ ਓਰੀਜਨਲ ਫਾਊਂਡਿੰਗ ਮੈਂਬਰ 1200 ਤੁਰੇ ਆਉਂਦੇ ਆ ਵੀ ਉਹ ਹੋਊਗੀ, ਤਾਂ ਕਿ 2 ਟੀਅਰ ਜਿਹੜੀ ਮੈਨੇਜਮੈਂਟ ਹੋਵੇ, ਇੱਕ ਦੂਜੇ ਨੂੰ ਚੈੱਕ 'ਚ ਰੱਖ ਸਕਣ। ਉਹ ਟਰਸਟੀਜ਼ ਦਾ ਪੂਰਾ ਚੈਪਟਰ ਖਤਮ ਕਰਤਾ। ਕੋਈ ਇਹਨਾਂ ਦੇ ਹੁਣ ਨਾ ਉੱਤੇ ਹੋਊਗਾ ਨਾ ਇਹ ਗੁਰੂ ਗ੍ਰੰਥ ਸਾਹਿਬ ਦੇ, ਇਹ ਕੋਈ ਇਹਨਾਂ ਦੀ ਅਕਾਊਂਟੇਬਿਲਿਟੀ ਉਹਨਾਂ ਦੇ ਸਾਹਮਣੇ ਰਹਿ ਗਈ। ਗੁਰੂ ਗ੍ਰੰਥ ਸਾਹਿਬ ਦਾ ਸਥਾਨ ਖਤਮ, ਸਿੱਖ ਰਹਿਤ ਮਰਿਆਦਾ ਇਹਨਾਂ ਤੇ ਲਾਗੂ ਨਹੀਂ। ਇਹ ਸਿੱਖ ਵੀ ਹੋਣੇ ਜ਼ਰੂਰੀ ਨਹੀਂ। ਨਵਾਂ ਬਾਇਲਾਅ ਇਹ ਕਹਿੰਦਾ ਵੀ ਉਹ ਸਿੱਖ ਵੀ ਭਾਵੇਂ ਨਾ ਹੋਵੇ। ਉਹ ਵੀ ਅਕੈਡਮੀ ਦਾ ਨਾਂ ਸਿੱਖ ਅਕੈਡਮੀ ਦਾ ਨਾਂ ਸਿੱਖ ਅਕੈਡਮੀ ਆ ਤੇ ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਦਾ ਨਾਮ ਆ। ਤੇ ਉਹ ਇਸ ਤੋਂ ਇਲਾਵਾ ਤਾਂ ਮਤਲਬ ਜਿੰਨਾ ਗਾਂਹ ਨੂੰ ਤੁਰੇ ਜਾਓ, ਮੁੱਕਦੀ ਗੱਲ ਆ ਵੀ ਬਾਇਲਾਅ ਨਵੇਂ ਜਿਹੜੇ ਆ ਉਹ ਲਿਟਰਲੀ ਇੱਕ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਹੁੰਦੀ ਹੈ ਨਾ ਫਰਮ, ਜਿੱਦਾਂ ਇਕੱਲੇ ਬੰਦੇ ਕੋਲ ਸਾਰੇ ਅਧਿਕਾਰ ਨੇ, ਇਹਦੇ ਵਿੱਚ 3 ਜਾਣਿਆਂ ਕੋਲ ਸਾਰੇ ਅਧਿਕਾਰ ਨੇ। ਉਹ 3 ਕਿੱਦਾਂ ਹੋਏ ਵੀ ਜੀ, ਜਦੋਂ ਡਾਇਰੈਕਟਰਸ ਬਣ ਜਾਣਗੇ ਉਹ ਜਿਹੜੇ ਮਰਜ਼ੀ ਹੋਣ, ਨਾ ਸਿੱਖ ਹੋਣ, ਕੋਈ ਰਹਿਤ ਮਰਿਆਦਾ ਨਹੀਂ, ਕੋਈ ਕਨਸੈਪਟ ਜਿਹੜਾ ਮਰਜ਼ੀ ਹੋਏ, ਉਹ ਬੰਦੇ ਜਿਹੜੇ ਬਣ ਗਏ 5, ਉਹਨਾਂ 'ਚੋਂ ਮੈਜੋਰਿਟੀ ਦੇ ਹੱਥ ਵਿੱਚ ਸਾਰੀ ਪਾਵਰ ਹੋਊਗੀ। 5 ਚੋਂ 3 ਬੰਦਿਆਂ ਦੀ ਮੈਜੋਰਿਟੀ ਹੁੰਦੀ ਆ ਤੇ 3 ਦਾ ਸਾਰਾ ਕੁਛ ਬਣ ਗਿਆ। ਅੱਛਾ, ਹੁਣ ਸਿੰਘ ਸਾਹਿਬ ਇਹ ਦੱਸਿਓ ਮੈਨੂੰ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 3 ਬੰਦੇ ਹੁਣ ਫੈਸਲੇ ਲੈ ਸਕਣਗੇ, ਜਿਹੜੇ ਕਿ ਆਮ ਤੌਰ ਤੇ ਮਾਪੇ ਨੇ, ਕਿਉਂਕਿ ਪ੍ਰਾਈਵੇਟ ਸਕੂਲ ਹੈ, ਫੀਸਾਂ ਦੇ ਕੇ ਤੁਸੀਂ ਇੱਥੇ ਬੱਚੇ ਨੂੰ ਪੜ੍ਹਾਉਂਦੇ ਹੋ,
ਫਿਰ ਬੱਚਿਆਂ ਨੂੰ ਇੱਥੇ ਪੜ੍ਹਾਉਣ ਦਾ ਮਕਸਦ ਕੀ ਰਹਿ ਗਿਆ? ਕਿਉਂਕਿ ਆਮ ਤੌਰ ਤੇ ਜਿੰਨੇ ਵੀ ਮਾਪਿਆਂ ਨਾਲ ਮੈਂ ਗੱਲਬਾਤ ਕਰ ਰਿਹਾ ਉਹ ਕਹਿੰਦੇ ਅਸੀਂ ਇਸ ਕਰਕੇ ਬੱਚਿਆਂ ਨੂੰ ਇੱਥੇ ਭੇਜ ਰਹੇ ਹਾਂ ਤਾਂ ਕਿ ਸਾਡੇ ਮੂਲ ਨਾਲ, ਸਿਧਾਂਤ ਨਾਲ, ਸਿੱਖੀ ਨਾਲ ਬੱਚੇ ਜੁੜੇ ਰਹਿਣ। ਹੁਣ ਜਿਹੜਾ ਬਾਈਲਾ ਦੇ ਵਿੱਚੋਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਸਿੱਖੀ ਸਮਰਪਿਤ ਹੈ ਸਾਡੇ ਧੁਰੇ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਹੁਣ ਜਿਹੜੀ ਇਸ ਨੂੰ ਸੁਸਾਇਟੀ ਵੀ ਚਲਾ ਰਹੀ ਹੈ ਜਾਂ ਜਿਹਦੀ ਛਾਤਰ ਛਾਇਆ ਹੇਠ ਚੱਲ ਰਿਹਾ ਉਹ ਤਾਂ ਕਹਿੰਦੇ ਅਸੀਂ ਬੜੇ ਸੱਚੇ ਸਿੱਖ ਹੈ, ਗੁਰੂ ਤੋਂ ਗੱਲ ਸ਼ੁਰੂ ਕਰਦੇ ਹਾਂ, ਗੁਰੂ ਤੇ ਸਾਡੀ ਮੁੱਕਦੀ ਹੈ। ਪਰ ਆਹ ਦਸਤਾਵੇਜ਼ ਜਿਹੜੇ ਤੁਸੀਂ ਦਿਖਾ ਰਹੇ ਹੋ ਜਾਂ ਜਿਹੜੇ ਤੁਸੀਂ ਬਾਈਲਾਜ ਦੀ ਗੱਲ ਕਰ ਰਹੇ ਹੋ ਇਹ ਤਾਂ ਬਿਲਕੁਲ ਉਸ ਚੀਜ਼ ਦੇ ਫਿਰ ਉਲਟਾ ਜੀ ਕੰਮ। ਬਿਲਕੁਲ ਜੀ 100% ਇਸੇ ਕਰਕੇ ਹੀ ਪੇਰੈਂਟਸ ਜਿਹੜੇ ਆ ਇੰਨਾ ਜ਼ਿਆਦਾ ਉਹਨਾਂ ਦਾ ਸੈਂਟੀਮੈਂਟ ਪਹਿਲਾਂ ਤਾਂ ਹਰਟ ਹੋਇਆ ਵੀ ਕਿੱਥੇ ਤਾਂ ਸਿੱਖ ਅਕੈਡਮੀ, ਸਿੱਖ ਸਮਝ ਕੇ ਸੰਸਥਾ, ਸਿੱਖ ਹੈ ਵੀ ਸੀ 12 ਸਾਲ ਬਿਲਕੁਲ ਸਿੱਖੀ ਸਿਧਾਂਤ ਨਾਲ ਚੱਲੀ ਆ, ਤੇ ਉਹ ਆਲ ਆਫ ਸਡਨ ਉਹਦੇ ਹੁਣ ਹਾਲ ਇਹ ਹੋ ਗਿਆ ਵੀ ਇਹ ਤਾਂ ਪ੍ਰਾਈਵੇਟ ਇੰਸਟੀਚਿਊਟਾਂ ਨਾਲ ਵੀ ਬੁਰਾ ਹਾਲ ਹੋ ਗਿਆ ਹੈ ਨਾ। ਇਹ ਦੇਖਣ ਨੂੰ ਅਜੇ ਕੁਝ ਨਜ਼ਰ ਨਹੀਂ ਆਉਂਦਾ, ਜਿੱਦਾਂ ਨਾ ਇੰਡੀਆ ਫਾਰਮਰਸ ਵਾਲੀ ਗੱਲ ਆ ਵੀ ਕਾਨੂੰਨ ਪਾਸ ਹੋ ਗਏ ਤੇ ਅਜੇ ਤੁਹਾਡੇ ਖੱਤਿਆਂ ਜਾ ਕੇ ਖੜਾ ਕੋਈ ਨਹੀਂ ਹੋਇਆ ਵੀ ਕੁਝ ਬਦਲ ਤੇ ਨਜ਼ਰ ਆਉਂਦਾ ਨਹੀਂ। ਪਰ ਇੰਨੀ ਕੁ ਲੋਕਾਂ ਨੂੰ ਸਮਝ ਆ ਵੀ ਪਹਿਲਾਂ ਕਾਨੂੰਨ ਹੀ ਬਣਦਾ ਹੁੰਦਾ, ਬਦਲ ਮੁੜ ਕੇ ਫਿਰ ਇੱਕ ਤਰੀਕੇ ਨਾਲ ਆਉਂਦਾ ਹੁੰਦਾ ਤੇ ਮੁੜ ਕੇ ਉਸ ਨਾ ਤਾਂ ਰੁਕਦਾ ਹੁੰਦਾ ਤੇ ਜਨਰੇਸ਼ਨਾਂ ਵਾਈਪ ਕਰ ਦਿੰਦਾ। ਇੰਨੀ ਗੱਲ ਇੱਥੇ ਪੇਰੈਂਟਸ ਦੇ ਸਮਝ ਆ ਗਈ ਆ ਵੀ ਇਹਨਾਂ ਨੇ ਬਾਇਲਾਅਸ 'ਚ ਜਦੋਂ ਸਾਰਾ ਕੁਝ ਕੱਢ ਦਿੱਤਾ ਤੇ ਹੌਲੀ ਹੌਲੀ ਉਹ ਬਿਲਡਿੰਗਾਂ 'ਚੋਂ ਵੀ ਨਿਕਲਣਾ ਆ। ਤੋ ਇਹ ਹਾਲ ਹੈ ਤੇ ਪੇਰੈਂਟਸ, ਪਰ ਇੰਨੀ ਵਧੀਆ ਗੱਲ ਪਤਾ ਕੀ ਆ, ਪੇਰੈਂਟਸ ਨੂੰ ਇੰਨੀ ਸਮਝ ਆ ਗਈ ਵੀ ਬਾਇਲਾਅਸ ਭਾਵੇਂ ਡਾਇਰੈਕਟਰਾਂ ਨੇ ਚੇਂਜ ਕਰਤੇ ਆ ਪਰ ਡਾਇਰੈਕਟਰ ਜਿਹੜੇ ਨੇ ਉਹ ਕੋਈ ਮਾਲਕ ਨਹੀਂ ਨੇ ਸੰਸਥਾ ਦੇ। ਇਹ ਸਕੂਲ ਕਿਸੇ ਇੱਕ ਪਰਿਵਾਰ, ਕਿਸੇ ਇੱਕ ਗਰੁੱਪ, ਕਿਸੇ ਇੱਕ ਇੰਡੀਵਿਜੂਅਲ ਨੂੰ ਬਿਲੋਂਗ ਨਹੀਂ ਕਰਦਾ, ਕਿਸੇ ਦੀ ਪ੍ਰਾਪਰਟੀ ਨਹੀਂ ਆ। ਇਹ ਪਬਲਿਕ ਪ੍ਰਾਪਰਟੀ ਆ, ਇਹ ਪੰਥ ਦੀ ਪ੍ਰਾਪਰਟੀ ਆ, ਪੇਰੈਂਟਸ ਦੇ ਨਾਲ ਚੱਲਦੀ ਆ। ਤੇ ਪੇਰੈਂਟਸ ਨੂੰ ਇੰਨਾ ਸਮਝ ਆ ਗਿਆ ਵੀ ਬੱਚੇ ਤਾਂ ਸਾਡੇ ਪੜ੍ਹਦੇ, ਫੀਸਾਂ ਤੇ ਸਾਡੀਆਂ ਨਾਲ ਸਕੂਲ ਚੱਲਦਾ, ਗ੍ਰਾਂਟਾਂ ਤਾਂ ਸਾਡੇ ਬੱਚੇ ਦੇ ਨਾਂ ਤੇ ਆਉਂਦੀਆਂ, ਡੋਨੇਸ਼ਨ ਤਾਂ ਅਸੀਂ ਦਿੰਦੇ ਆ। ਇਹ ਜਿਹੜੇ 13 ਜਣੇ ਬਾਹਰੋਂ ਆ ਗਏ, ਨਾ ਕਿਸੇ ਦਾ ਨਿਆਣਾ ਪੜ੍ਹਦਾ, ਨਾ ਕਿਸੇ ਦੇ ਪੈਸੇ ਨਾਲ ਸਕੂਲ ਚੱਲਦਾ, ਤੇ ਉਹ ਕਿਹੜੇ ਹਿਸਾਬ ਨਾਲ ਇਹ ਸਾਰੀ ਡਿਸੀਜਨ ਲੈਣਗੇ ਜਾਂ ਉਹ ਕੰਟਰੋਲ ਕਰਨਗੇ? ਅੱਛਾ, ਮੈਨੂੰ ਇੱਕ ਹੋਰ ਦੱਸਿਓ, ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਇਹਦੇ ਵਿੱਚ ਹੁਣ ਜਿਹੜਾ ਹਿਸਾਬ ਕਿਤਾਬ, ਕਿਉਂਕਿ ਬੱਚੇ ਫੀਸਾਂ ਦਿੰਦੇ ਨੇ ਜਾਂ ਉਹਨਾਂ ਦੇ ਪੇਰੈਂਟਸ ਕਹਿ ਲਈਏ ਫੀਸਾਂ ਦਿੰਦੇ ਨੇ, ਡੋਨੇਸ਼ਨਸ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਇਸੇ ਤਰੀਕੇ ਨਾਲ ਪ੍ਰਾਈਵੇਟ ਅਦਾਰੇ ਚੱਲਦੇ ਆ, ਉਹਦਾ ਕੋਈ ਹਿਸਾਬ ਕਿਤਾਬ ਤੁਸੀਂ ਮੰਗ ਸਕਦੇ ਹੋ, ਮਾਪੇ ਮੰਗ ਸਕਦੇ ਆ ਜਾਂ ਦਿੱਤਾ ਜਾਂਦਾ ਜੀ? ਮੰਗ ਸਕਦੇ ਜੀ। ਵਧੀਆ ਗੱਲ ਇਹ ਆ ਵੀ ਇੱਕ ਜਿਹੜਾ ਸਕੂਲ ਐਕਟ ਆ ਨਾ, ਉਹਨੇ ਇੱਕ ਪ੍ਰੋਵੀਜ਼ਨ ਦਿੱਤੀ ਹੋਈ ਵੀ ਹਰ ਸਕੂਲ ਦੇ ਵਿੱਚ ਇੱਕ ਪੇਰੈਂਟਸ ਐਡਵਾਈਜ਼ਰੀ ਕੌਂਸਲ ਸਥਾਪਿਤ ਹੋਊਗੀ। ਸਾਡੇ ਸਕੂਲ 'ਚ ਵੀ ਹੈਗੀ ਆ ਹੈ ਨਾ, ਮੈਂ ਇਸ ਵੇਲੇ ਉਹਦਾ ਵੋਲੰਟੀਅਰ ਕੋਆਰਡੀਨੇਟਰ ਦੀ ਸੇਵਾ ਨਿਭਾ ਰਿਹਾ ਤੇ ਉਹਦੇ ਕੋਲੇ ਇਖਤਿਆਰ ਹੁੰਦਾ ਕਿ ਉਹ ਬੋਰਡ ਨੂੰ ਵੀ, ਐਡਮਿਨਿਸਟ੍ਰੇਸ਼ਨ ਨੂੰ ਵੀ, ਟੀਚਰਸ ਦੇ ਨਾਲ ਵੀ ਹਰ ਚੀਜ਼ ਦੇ ਉੱਤੇ ਐਡਵਾਈਜ਼ ਕਰ ਸਕਦੇ ਆ, ਹਰ ਚੀਜ਼ ਦੀ ਜਿਹੜੀ ਅਕਾਊਂਟੇਬਿਲਟੀ ਉਹ ਪੁੱਛ ਸਕਦੇ ਆ। ਤੇ ਅਸੀਂ ਫਿਰ ਉਹ ਪਤਾ ਪੁੱਛਿਆ ਵੀ ਪੇਰੈਂਟਸ ਦੇ ਬਿਹਾਫ ਦੇ ਉੱਤੇ। ਪੇਰੈਂਟਸ ਕੋਲ ਇਨਫੋਰਮੇਸ਼ਨ ਸੀਗੀ ਫੰਡਸ ਜਿਹੜੇ ਨੇ ਮਿਸ ਮੈਨੇਜ ਹੋਏ ਨੇ ਇਸ ਸਾਲ ਦੇ, ਖਾਸ ਕਰਕੇ ਕਿੰਨੀਆਂ ਫੈਸਿਲਿਟੀਆਂ ਨੇ ਸਕੂਲ 'ਚ ਉਹ ਹੈ ਨਹੀਂ ਕਈ ਚੀਜ਼ਾਂ, ਤੇ ਪੇਰੈਂਟਸ ਨੂੰ ਲਿਖਿਆ ਵੀ ਪੈਸਾ ਜਿਹੜਾ ਇਸ ਸਾਲ ਦਾ ਆਇਆ ਵਾ, ਗ੍ਰਾਂਟਾਂ ਆਈਆਂ, ਫੀਸਾਂ ਆਈਆਂ, ਵੀ ਉੱਥੇ ਵਰਤੋ। ਉਹਨਾਂ ਨੇ ਜਵਾਬ ਦੇ ਦਿੱਤਾ ਵੀ ਅਗਲੇ ਸਾਲ ਦਾ ਬਜਟ ਹੋਊਗਾ ਉਹਦੇ ਹਿਸਾਬ ਨਾਲ ਪਲਾਨ ਕਰਾਂਗੇ। ਅਸੀਂ ਕਿਹਾ ਵੀ ਅਗਲੇ ਸਾਲ ਤਾਂ ਨਵੀਂ ਗ੍ਰਾਂਟ ਆਉਣੀ, ਨਵੇਂ ਨਿਆਣੇ ਆਉਣੇ, ਜਿਹੜੀ ਐਤਕੀ ਗ੍ਰਾਂਟ ਆਈ ਉਹ ਪੈਸੇ ਕਿੱਥੇ ਗਏ? ਕੋਈ ਜਵਾਬ ਨਹੀਂ। ਉਹ ਫਿਰ ਉਤੋਂ ਗੱਲ ਹੋਰ ਜਿਹੜੀ ਸਸਪੀਸ਼ਨ ਵੱਡਾ ਹੋ ਗਿਆ, ਪੇਰੈਂਟਸ ਨੂੰ ਸਮਝ ਆ ਗਈ ਵੀ ਇਹ ਸਾਰੀ ਗੱਲ ਦਾ ਆਪਸ 'ਚ ਸੰਬੰਧ ਕੀ ਬਣਦਾ ਪਿਆ ਵਾ ਜੀ। ਸੋ ਇਹ ਬੇਸਿਕਲੀ ਮਸਲਾ ਹੈਗਾ, ਕਿਤੇ ਨਾ ਕਿਤੇ ਪੈਸੇ ਤੋਂ ਵੀ ਗੱਲ ਤੁਰੀ ਆ ਉਹਨਾਂ ਦੇ ਪੱਖ ਤੋਂ। ਪੇਰੈਂਟਸ ਨੇ ਇਹਨਾਂ ਗੱਲਾਂ ਦਾ ਪਹਿਲਾਂ ਨਹੀਂ ਕੋਈ ਇਤਰਾਜ਼ ਸੀਗਾ ਵੀ ਐਜ਼ ਲੌਂਗ ਐਜ਼ ਸਕੂਲ ਠੀਕ ਚੱਲੀ ਜਾਂਦਾ ਠੀਕ ਹੈ, ਔਰ ਚੰਗੇ ਬੰਦੇ ਸੀਗੇ ਵਿੱਚ ਕਰੀ ਜਾਂਦੇ ਸੀ। ਪਰ ਹੁਣ ਬਾਹਰੋਂ ਬੰਦੇ ਵਿੱਚ ਜਿਹੜੇ ਆ ਰਲੇ ਆ ਤੇ ਉਹ ਫਿਰ ਸਾਰਾ ਮੋਟਿਵ ਜਿਹੜੇ ਆ ਤੇ ਸਾਰੇ ਐਕਸ਼ਨਸ ਤੋਂ ਪਤਾ ਲੱਗਦਾ ਵੀ ਵੈਰੀ ਵੈਰੀ ਡਿਫਰੈਂਟ। ਹਰਪਾਲ ਸਿੰਘ ਜੀ, ਇੱਕ ਹੁਣ ਮੈਨੂੰ ਇਹ ਗੱਲ ਦੱਸੋ, ਮੈਨੂੰ ਯਾਦ ਹੈ ਕਿ ਕੁਝ ਮਹੀਨੇ ਪਹਿਲਾਂ ਪ੍ਰਿੰਸੀਪਲ ਸਾਹਿਬ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ। ਮਾਪਿਆਂ ਨੇ ਪ੍ਰੈਸ਼ਰਾਈਜ਼ ਕੀਤਾ। ਮੈਂ ਉਸ ਦਿਨ ਇੱਥੇ ਹੀ ਇਸੇ ਸਥਾਨ 'ਤੇ ਮੌਜੂਦ ਸੀ ਜਿਸ ਦਿਨ ਕਹਿ ਦਿੱਤਾ ਗਿਆ ਕਿ ਗੱਲਬਾਤ ਹੱਲ ਹੋ ਗਈ ਹੈ। ਉਹਨਾਂ ਦੇ ਸਰੋਪਾ ਪਾਇਆ ਤੇ ਉਹਨਾਂ ਨੂੰ ਦੁਬਾਰਾ ਸੱਦ ਲਿਆ ਕਿ ਅੰਦਰ ਬੈਠ ਕੇ ਗੱਲ ਕਰਾਂਗੇ। ਅੱਜ ਬਸ ਇੰਨਾ ਹੀ ਹੈ ਕਿ ਅਸੀਂ ਗਲਤੀ ਮੰਨਦੇ ਹਾਂ ਤੇ ਕੁਝ ਮਿਸਅੰਡਰਸਟੈਂਡਿੰਗ ਸੀ, ਅਸੀਂ ਦੁਬਾਰਾ ਸੱਦ ਲਿਆ। ਇਹ ਦੱਸਿਓ ਕਿ ਉਹਦੇ ਤੋਂ ਬਾਅਦ ਉਹ ਮਿਸਅੰਡਰਸਟੈਂਡਿੰਗ ਕੀ ਸੀ, ਕਿਹਦੇ ਕਰਕੇ ਉਹਨਾਂ ਨੂੰ ਲਾਂਭੇ ਕੀਤਾ ਗਿਆ ਸੀ? ਕਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜੀ? 1% ਵੀ ਨਹੀਂ ਜੀ। ਅੱਜ ਆ ਚੌਥਾ ਪੰਜਵਾਂ ਮਹੀਨਾ ਲੰਘ ਗਿਆ ਵਾ, ਅੱਜ ਤੱਕ ਬੋਰਡ 'ਚੋਂ ਇੱਕ ਵੀ ਜਾਣਾ ਸਾਨੂੰ ਕਿਸੇ ਨੂੰ ਮਿਲਿਆ ਨਹੀਂ। ਅਸੀਂ ਮਤਲਬ ਨੰਬਰ ਆਫ ਈਮੇਲਾਂ ਕਰ ਕਰਕੇ ਥੱਕ ਗਏ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਅਕਾਊਂਟੇਬਿਲਟੀ ਨਹੀਂ ਦਿੱਤੀ। ਕੋਈ ਕਿਸੇ ਤਰੀਕੇ ਦਾ ਜੋ ਕੀਤਾ ਐਕਸ਼ਨ, ਇਨਕਲੂਡਿੰਗ ਆ ਬਾਇਲਾਜ਼ ਵੀ ਜਿਹੜੇ ਜੜ ਵੱਢ ਕੇ ਰੱਖ ਦਿੱਤੀ, ਇਹ ਵੀ ਸਾਨੂੰ ਪਬਲਿਕ ਡਾਕੂਮੈਂਟ ਜਦੋਂ ਇਹਨਾਂ ਨੇ ਰਜਿਸਟਰਡ ਕਰ ਦਿੱਤਾ, ਸਟੇਟ ਦੀ ਵੈੱਬਸਾਈਟ ਤੋਂ ਬਾਹਰ ਨਿਕਲ ਕੇ ਸਾਹਮਣੇ ਆਇਆ। ਅਦਰਵਾਈਜ਼ ਬੋਰਡ ਵੱਲੋਂ ਜ਼ੀਰੋ ਟਰਾਂਸਪੇਰੈਂਸੀ, ਜ਼ੀਰੋ। ਆਮ ਤੌਰ ਤੇ ਆਪਾਂ ਕਹਿੰਦੇ ਹਾਂ ਜਦੋਂ ਅਸੀਂ ਆਪਣੇ ਵਿਲੱਖਣ ਧਰਮ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਜਾਂਦੇ ਸੀ, ਡਾਇਲੋਗ ਕਰਦੇ ਸੀ। ਸੰਵਾਦ ਦਾ ਸਾਡੇ ਧਰਮ ਦੇ ਵਿੱਚ ਖਾਸ ਕਰਕੇ ਬਹੁਤ ਵੱਡਾ ਮਹੱਤਵ ਹੈ। ਇਹਦਾ ਮਤਲਬ ਡਾਇਲੋਗ, ਸੰਵਾਦ ਖਤਮ ਹੈ ਜੀ?
100% ਹੈ ਜੀ। ਸਾਡੀਆਂ ਜੇ ਅਸੀਂ ਤੁਹਾਨੂੰ ਦਿਖਾ ਸਕੀਏ ਜਿਹੜੀ ਇਹਨਾਂ ਨਾਲ ਈਮੇਲਾਂ ਐਕਸਚੇਂਜ ਹੋਈਆਂ, ਤਰਲੇ ਕੱਢ ਕੇ ਸਵਾਏ ਸੰਵਾਦ ਤੋਂ, ਗੁਰੂ ਸਾਹਿਬ ਦੇ ਬਚਨਾਂ ਤੋਂ ਵੀ ਭਾਈ ਤੁਸੀਂ ਸਾਡੇ ਹੀ ਭੈਣ ਭਰਾ ਹੋ। ਤੁਹਾਨੂੰ ਜੇ ਚੇਤਾ ਹੋਵੇ ਅਕਤੂਬਰ 'ਚ ਜਦੋਂ ਮਿਸਟਰ ਹੇਰ ਨੂੰ ਕੱਢਿਆ, ਉਹਦੇ ਬਾਵਜੂਦ ਅਸੀਂ ਇਹਨਾਂ ਨੂੰ ਇਹੋ ਹੀ ਆਖਿਆ ਵੀ ਇਹ ਤੁਸੀਂ ਸਾਡੇ ਭੈਣ ਭਰਾ ਹੋ, ਆਪਾਂ ਤੁਹਾਡੇ ਨਾਲ ਲੜਨ ਨਹੀਂ ਆਏ, ਨਾ ਆਪਾਂ ਲੜਨਾ। ਗਲਤੀਆਂ ਹੋ ਜਾਂਦੀਆਂ, ਆਪਣੇ ਕੋਲ ਹੋ ਜਾਂਦੀਆਂ, ਤੁਹਾਡੇ ਕੋਲ ਹੋ ਗਈ ਕੋਈ ਗੱਲ ਨਾ, ਗਾਂਹ ਤੋਂ ਸਿੱਧੇ ਹੋ ਜਾਓ। ਹੁਣ ਵੀ ਅਸੀਂ ਇਹੀ, ਔਰ ਇਹ ਅਸੀਂ ਐਕਚੁਅਲੀ ਇਹ ਵਧੀਆ ਤੁਸੀਂ ਸਵਾਲ ਕੀਤਾ, ਕਿਉਂਕਿ ਅਸੀਂ ਸੰਵਾਦ ਦੇ ਵਿੱਚ ਹੀ ਰੱਖਣ ਦੇ ਕਰਕੇ ਇਹ ਅਸੀਂ ਕਾਨੂੰਨੀ ਕਿਸੇ ਪ੍ਰੋਸੈਸ 'ਚ ਨਹੀਂ ਪਏ। ਅਸੀਂ ਕਿਤੇ ਕੋਈ ਅਸੀਂ ਕਿਸੇ ਵਕੀਲ ਕੋ ਕਿਸੇ ਅਦਾਲਤਾਂ 'ਤੇ ਨਾ ਗਏ ਤੇ ਨਾ ਜਾਣਾ। ਅਸੀਂ ਡਿਕਲੇਅਰ ਕੀਤਾ ਵੀ ਇਹ ਪੰਥਕ ਮਸਲਾ, ਜੇ ਗੁਰੂ ਪਾਤਸ਼ਾਹ ਜੀ ਦੇ ਸਿੱਖ ਆਪਣੇ ਆਪ ਨੇ ਸਿੱਖੀ ਇੰਸਟੀਚਿਊਟ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬਣਾਉਣ ਵਾਲੇ ਮਸਲੇ ਨੂੰ ਵੀ ਆਪਸ 'ਚ ਬਹਿ ਕੇ ਨਹੀਂ ਨਿਬੇੜ ਸਕਦੇ, ਤੇ ਆਪਾਂ ਗੈਰ ਸਿੱਖਾਂ ਨੂੰ ਥੋੜ੍ਹੀ ਜਾ ਕੇ ਕਹਾਂਗੇ ਵੀ ਸਾਡੇ ਸਥਾਨ 'ਚ ਗੁਰੂ ਗ੍ਰੰਥ ਸਾਹਿਬ ਦੀ ਥਾਂ ਦਿਵਾਓ ਜੀ। ਸੋ ਅਸੀਂ ਤੇ 100% ਗੱਲ ਦੇ ਉੱਤੇ ਸੰਵਾਦ ਤੇ ਖੜੇ ਆ। ਉਹਨਾਂ ਨੂੰ ਹੁਣ ਵੀ ਪੇਰੈਂਟਸ ਨੇ ਮੌਕਾ ਦਿੱਤਾ ਵੀ ਸ਼ੁੱਕਰਵਾਰ ਨੂੰ 5 ਮਾਰਚ ਦੁਪਹਿਰੇ 3:15 ਵਜੇ, ਇਸ ਵੇਲੇ ਜੋ ਛੁੱਟੀ ਹੋ ਜਾਣੀ, ਨਿਆਣੇ ਚਲੇ ਜਾਣੇ ਆ, ਉਹ 13 ਜਾਣੇ ਜਿਨ੍ਹਾਂ ਨੇ ਇਹ ਵੋਟਾਂ ਪਾਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖਿਲਾਫ, ਉਹ ਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਾਹਮਣੇ ਖੜੇ ਹੋ ਕੇ ਤੁਸੀਂ ਮਾਫੀ ਗੁਰੂ ਪਾਤਸ਼ਾਹ ਕੋਲੋਂ ਮੰਗ ਲਓ ਤੇ ਓਰੀਜਨਲ ਜਿਹੜਾ ਬਾਇਲਾਅ ਦਾ ਰੀਇਨਸਟੇਟ ਕਰ ਦਿਓ, ਤੇ ਗਾਂ ਫੇਰ ਗੱਲਬਾਤ ਦੇ ਨਾਲ ਆਪਾਂ ਇਕੱਠੇ ਤੁਰਨ ਦਾ ਰਾਹ ਲੱਭ ਲਵਾਂਗੇ। ਸੋ ਸਾਨੂੰ ਉਮੀਦ ਹੈ ਵੀ ਹੁਣ ਪਰਸੋਂ ਤੱਕ ਕੋਈ ਇੰਨੀ ਸਿਆਣਪ ਕਰਨਗੇ, ਕਿਉਂਕਿ ਗੁਰੂ ਦੇ ਅੱਗੇ ਤੇ ਆਉਣ ਦੇ ਵਿੱਚ ਕੋਈ ਗੱਲ ਨਹੀਂ ਹੈਗੀ। ਜੇ ਮੰਨ ਲਓ ਹੁਣ ਗੁਰੂ ਦੀ ਮੁਖਾਲਫਤ ਕੀਤੀ ਆ, ਉਹਨੂੰ ਅਸੀਂ ਸਾਖਸ਼ੀ ਰੱਖਦੇ ਹਾਂ, ਗਵਾਹੀ ਉਹਨਾਂ ਦੀ ਸੀ, ਜੇ ਉਹਨਾਂ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕਰ ਦਿੱਤਾ ਗਿਆ ਬਾਈਲਾਅਜ਼ ਦੇ ਵਿੱਚ, ਮੰਨ ਲਓ ਜੇ ਡਾਇਲੌਗ ਦੇ ਵਿਚਕਾਰ ਤੁਹਾਡਾ ਰਾਬਤਾ ਬਣਦਾ ਨਹੀਂ ਜਾਂ ਗੱਲਬਾਤ ਕਿਸੇ ਤਣ ਪੱਤਣ ਲੱਗਦੀ ਨਹੀਂ, ਤੁਸੀਂ ਕਹਿੰਦੇ ਹੋ ਅਦਾਲਤ ਦਾ ਤੁਸੀਂ ਦਰਵਾਜ਼ਾ ਨਹੀਂ ਖੜਕਾਉਣਾ, ਫਿਰ ਤੁਸੀਂ ਆਖਰੀ ਰਸਤਾ ਕੀ ਅਖਤਿਆਰ ਕਰੋਗੇ? ਆਖਰੀ ਰਸਤੇ ਤੇ ਅਸੀਂ ਆਲਰੇਡੀ ਤੁਰੇ ਹੋਏ ਹਾਂ ਜੀ। ਅਸੀਂ ਪਿਛਲੇ ਸ਼ੁੱਕਰਵਾਰ ਇੱਥੇ ਅਰਦਾਸਾ ਸੋਧ ਦਿੱਤਾ ਸੀਗਾ, ਤੇ ਅਸੀਂ ਇਹੋ ਹੀ ਸੀਗਾ ਵੀ ਇਹ ਪੰਥ ਦਾ ਥਾਨ ਆ, ਪੰਥ ਦੇ ਬੱਚੇ ਆ, ਤੇ ਅਸੀਂ ਜੇ ਤਰਲੇ ਕੱਢਣੇ ਆ ਤੇ ਪੰਥ ਦੇ ਕੱਢਣੇ ਆ। ਅਸੀਂ ਜੇ ਬੂਹੇ ਖੜਕਾਉਣੇ ਪੰਥ ਦੇ ਖੜਕਾਉਣੇ ਆ। ਇਹ ਜ਼ਿੰਮੇਵਾਰੀ ਪੰਥ ਦੀ ਹੋਊਗੀ, ਪੰਥ ਦੇ ਵਾਲੀ ਦੀ ਹੋਊਗੀ। ਅਸੀਂ ਉਸ ਪ੍ਰੋਸੈਸ ਦੇ ਅਧੀਨ ਅਸੀਂ ਫਿਰ ਪਿਛਲੇ ਸ਼ਨੀਵਾਰ ਅਸੀਂ ਸਾਰੇ ਇਲਾਕੇ ਦੇ ਜਿਹੜੇ ਪ੍ਰੋਮੀਨੈਂਟ ਗੁਰਦੁਆਰਾ ਸਾਹਿਬ ਨੇ, ਹੋਰ ਲਾਗੇ ਸ਼ਹਿਰਾਂ ਦੇ ਵੀ, ਉੱਥੇ ਸਾਰੇ ਜਾ ਕੇ ਅਸੀਂ ਇੱਕ ਚਿੱਠੀ ਬੇਨਤੀ ਪੱਤਰ ਲਿਖ ਕੇ ਆ ਗਏ ਆ, ਦੇ ਕੇ ਆਏ ਆ। ਡਿਟੇਲ ਬਾਇਲਾਅਜ਼ ਦੇ ਜੋ ਵਿੱਚ ਤਰਮੀਮਾਂ ਹੋਈਆਂ ਦੱਸ ਆਏ ਆ ਉਹਨਾਂ ਸਾਰਿਆਂ ਨੂੰ, ਤੇ ਇੱਕ ਕਾਪੀ ਉਹ ਸਾਰੇ ਚੀਜ਼ ਦੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਮਾਰਕ ਕਰ ਦਿੱਤੀ ਆ। ਤੇ ਉਹਦਾ ਅਸਰ ਪਿਆ ਵਾ, ਉਹਦਾ ਚਾਰੇ ਪਾਸਿਓਂ ਆਵਾਜ਼ ਆਉਣੀ ਸ਼ੁਰੂ ਹੋ ਗਈ ਵੀ ਵਾਕਈ ਵੀ ਗਲਤ ਤਾਂ ਗਲਤ ਆ। ਇੰਸਟੀਚਿਊਟ ਦਾ ਟੈਕਨੀਕਲੀ ਇੱਕ ਦੂਜੇ ਨਾਲ ਕੋਈ ਭਾਵੇਂ ਲਾਫੁਲੀ ਇੱਕ ਦੂਜੇ ਤੋਂ ਇਖਤਿਆਰ ਨਹੀਂ ਹੁੰਦਾ, ਪਰ ਸੱਚ ਤਾਂ ਸਾਰੇ ਪੰਥ ਦਾ ਸਾਂਝਾ, ਤੇ ਇਹਦੇ 'ਚ ਕਿੱਡੀ ਕੁ ਗੂੜ ਗਿਆਨ ਆ ਵੀ ਜੋ ਇਹਨਾਂ ਨੇ ਕੀਤਾ ਵੇ ਇਹ 'ਚ ਗਲਤੀ ਆ। ਸੋ ਉਹਦਾ ਹੁਣ ਅਸਰ ਇਹ ਹੋ ਰਿਹਾ ਵਾ ਵੀ ਸਾਰੇ ਪਾਸਿਓਂ ਆਵਾਜ਼ਾਂ ਆ ਰਹੀਆਂ ਨੇ, ਸਾਰੇ ਪਾਸਿਓਂ ਪ੍ਰੈਸ਼ਰ ਆ ਰਿਹਾ, ਪੰਥ ਖੜਾ ਹੋ ਰਿਹਾ ਵੀ ਇਹ ਗੱਲ ਜਾਇਜ਼ ਆ। ਪੇਰੈਂਟਸ ਜਿਹੜੇ ਨੇ ਉਹਨਾਂ ਦੇ ਕੋਲ ਹੁਣ ਜੋ ਅਨਫੋਰਚੂਨੇਟਲੀ ਜਿਹੜੀ ਆਵਾਜ਼ ਆ ਰਹੀ ਹੈ, ਹਾਲਾਂਕਿ ਅਸੀਂ ਤਾਂ ਕੋਈ ਨਾ ਤਾਂ ਡਿਸੀਜਨ ਲੈਣ ਵਾਲੇ, ਅਸੀਂ ਤਾਂ ਨਾ ਕਿਸੇ ਨੂੰ ਦੱਸਣ ਵਾਲੇ ਵੀ ਕੀ ਕਰੋ ਕੀ ਨਾ ਕਰੋ, ਪਰ ਅਸੀਂ ਕੌਨਸਟੈਂਟ, ਕਿਉਂਕਿ ਇੱਥੇ ਮੀਟਿੰਗ ਪੈਕਸ ਦੀਆਂ ਹੁੰਦੀਆਂ ਨੇ, ਹੰਡਰਡਸ ਆਫ ਪੇਰੈਂਟਸ ਆਉਂਦੇ ਨੇ, ਅਦਰਵਾਈਜ਼ ਰਾਬਤਾ ਵਾ, ਤੇ ਇਹੋ ਹੀ ਮੁੜ ਕੇ ਗੱਲ ਉੱਠ ਰਹੀ ਆ ਵੀ ਜੀ ਆਪਾਂ ਨਾ, ਜੇ ਸ਼ੁੱਕਰਵਾਰ ਨਾ ਆਏ ਤੇ ਸੋਮਵਾਰ ਤੋਂ ਆਪਾਂ ਨਿਆਣੇ ਆਪਦੇ ਘਰੇ ਰੱਖ ਲੈਣੇ ਆ, ਜਿੱਦਾਂ ਅਕਤੂਬਰ 'ਚ ਰੱਖੇ ਸੀ, ਅਕਤੂਬਰ ਜਿਵੇਂ ਹੋਇਆ ਸੀ। ਸੋ ਜੇ ਨਿਆਣੇ ਹੀ ਨਾ ਇੱਥੇ ਆਉਣਗੇ 2 ਦਿਨ 3 ਦਿਨ ਕਿੰਨੇ ਦਿਨ ਮੁੜ ਕੇ ਕਿਹੜੇ ਵਕੀਲ ਦੇ ਨਿਆਣੇ ਪੜ੍ਹਾਉਂਦੇ ਰਹਿਣ ਜਿਨ੍ਹਾਂ ਕੋਲ ਇਹਨਾਂ ਨੇ ਬਾਇਲਾਅ ਬਣਵਾਏ, ਤੇ ਆਪੇ ਬੋਰਡ ਨੂੰ ਆਉਣਾ ਪੈਣਾ, ਆਪਣੀ ਗਲਤੀ ਮੰਨਣੀ ਪੈਣੀ ਆ, ਗੁਰੂ ਪਾਤਸ਼ਾਹ ਦਾ ਸਤਿਕਾਰ ਨਹੀਂ ਬਹਾਲ ਕਰਨਾ ਪੈਣਾ ਵਾ, ਬਾਇਲਾਅ ਓਰੀਜਨਲ ਲਾਉਣੇ ਪੈਣੇ। ਇਹੋ ਸਾਨੂੰ ਲੱਗਦਾ, ਬਾਕੀ ਮਾਲਕ ਜਾਣੇ ਜਾਂ ਪੇਰੈਂਟਸ ਜੋ ਵੀ ਕਲੈਕਟਿਵਲੀ ਡਿਸਾਈਡ। ਇਹਦਾ ਮਤਲਬ ਆਉਣ ਵਾਲਾ ਸ਼ੁੱਕਰਵਾਰ 5 ਮਾਰਚ ਇੱਕ ਅਹਿਮ ਦਿਨ ਹੋਏਗਾ, ਵੇਖਿਆ ਜਾਏਗਾ ਕਿ ਉਸ ਦਿਨ ਉਹ 13 ਮੈਂਬਰ ਆ ਕੇ ਕੀ ਸਫਾਈ ਦਿੰਦੇ ਨੇ, ਨਹੀਂ ਦਿੰਦੇ ਤਾਂ ਸੋਮਵਾਰ ਤੋਂ ਵੱਡਾ ਐਕਸ਼ਨ ਹੋਏਗਾ। ਬਿਲਕੁਲ ਜੀ, ਇਹੋ ਲੱਗਦਾ, ਤੇ ਸਾਡੀ ਅਰਦਾਸ ਆ ਸਤਿਗੁਰੂ ਅੱਗੇ ਵੀ ਇਹਨਾਂ ਨੂੰ ਸਮੱਤ ਬਖਸ਼ੇ, ਜਿਹੜੇ ਗੁਰੂ, ਕਿਉਂਕਿ ਗੁਰੂ ਸਾਹਮਣੇ ਅੱਗੇ ਨਿਉਣਾ ਤੇ ਇਹ ਵਡਿਆਈ ਆਪਣੇ ਆਪ ਤੇ, ਹਨਾ, ਗੁਰੂ ਪਾਤਸ਼ਾਹ ਤੇ ਹਰ ਇੱਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾ। ਵਾਹਿਗੁਰੂ ਜੀ, ਬਹੁਤ ਪਿਆਰਾ। ਸੋ ਬਸ ਸਾਡੀ ਅਰਦਾਸ ਆ ਵੀ ਇਹ ਵੀ ਮਾਲਕ ਅੱਗੇ ਝੁਕਣ, ਤੇ ਅਸੀਂ ਭੈਣ ਭਰਾ ਇਹਨਾਂ ਨੂੰ ਵੇਖ ਕੇ ਆਪਣੀ ਸਤਿਕਾਰ ਕਰੀਏ। ਅਸੀਂ ਕੋਈ ਇਹਨਾਂ ਨੂੰ ਨੀਵਾ ਨਹੀਂ ਕਰਾਉਣਾ ਚਾਹੁੰਦੇ, ਦਿਖਾਉਣਾ ਨਹੀਂ ਚਾਹੁੰਦੇ, ਪਰ ਗੁਰੂ ਅੱਗੇ ਇਹ ਝੁਕ ਜਾਣ, ਆਪਣੀ ਗਲਤੀ ਮੰਨ ਕੇ ਠੀਕ ਕਰ ਲੈਣ, ਤੇ ਇਦਾਂ ਠੀਕ ਹੋ ਜੀ। ਇਸ ਵਕਤ ਮੈਂ ਵੇਖ ਰਿਹਾ ਹਰਪਾਲ ਸਿੰਘ ਹੋਰਾਂ ਨਾਲ ਗੱਲਬਾਤ ਕਰ ਰਿਹਾ ਸੀ, ਤੁਹਾਡਾ ਕੀ ਕੰਸਰਨ ਹੈ ਜੀ? ਐਕਚੁਅਲੀ ਮੇਰਾ ਕੰਸਰਨ ਇਹ ਆ, ਮੇਰਾ ਬੇਟਾ ਇੱਥੇ ਕਿੰਡਰਗਾਰਡਨ ਵਿੱਚ ਪੜ੍ਹਦਾ ਆ। ਅਸੀਂ ਸਾਰੀ ਫੈਮਿਲੀ ਗੁਰਸਿੱਖ ਹਾਂ। ਅਸੀਂ ਇਸ ਸਕੂਲ ਵਿੱਚ ਆਪਣੇ ਬੇਟੇ ਨੂੰ ਇਸ ਕਰਕੇ ਪਾਇਆ ਸੀ ਕਿ ਉਹ ਇੱਥੋਂ ਕੁਝ ਸਿੱਖੇ, ਰਾਈਟ। ਹੁਣ ਸਾਨੂੰ ਸੁਣਨ ਨੂੰ ਮਿਲ ਰਿਹਾ ਆ ਵੀ ਇਹ ਸਕੂਲ ਵਿੱਚੋਂ ਗੁਰੂ ਗ੍ਰੰਥ ਸਾਹਿਬ ਨਹੀਂ ਚਾਹੁੰਦੇ ਹੈਗੇ, ਇਹ ਚਾਹੁੰਦੇ ਇਹ ਇੱਥੋਂ ਪੇਰੈਂਟਸ ਦੀ ਕੋਈ ਇਨਵੋਲਵਮੈਂਟ ਨਹੀਂ ਚਾਹੁੰਦੇ ਵਿੱਚ, ਪਰ ਇਹ ਗਲਤ ਆ ਜੋ ਵੀ ਇਹ ਕਰ ਰਹੇ ਆ। ਤੁਸੀਂ ਦੇਖਦੇ ਆ ਕਿ ਜਿਹੜੇ ਆਪਣੇ ਪੰਜਾਬੀ ਬੱਚੇ ਆ ਉਹ ਕਿੱਧਰ ਨੂੰ ਜਾ ਰਹੇ ਆ, ਗੈਂਗ ਵੱਲ ਨੂੰ ਜਾ ਰਹੇ ਆ, ਡਰੱਗ ਵੱਲ ਨੂੰ ਜਾ ਰਹੇ ਆ। ਆਪਾਂ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਆ ਨਾ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ। ਜੇ ਇੱਥੇ ਉਹ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਪੜ੍ਹਾਈ ਕਰੂਗੇ ਆਪਣੀ, ਫਿਰ ਉਹ ਅੱਗੇ ਵੱਧ ਸਕਦੇ ਆ ਵਧੀਆ। ਸੋ ਮੇਰਾ ਕੰਸਰਨ ਤਾਂ ਇਹੀ ਆ ਕਿ ਜਿੱਦਾਂ ਸਕੂਲ 12 ਸਾਲਾਂ ਤੋਂ ਚੱਲ ਰਿਹਾ ਆ ਉਸੇ ਤਰ੍ਹਾਂ ਇਹ ਚੱਲਣਾ ਚਾਹੀਦਾ ਆ, ਤੇ ਸਾਡੇ ਬੱਚੇ ਜੇ ਇੱਥੇ ਇਸੇ ਤਰ੍ਹਾਂ ਸਕੂਲ ਚੱਲੂਗਾ ਤੇ ਸਾਡੇ ਬੱਚੇ ਕੁਝ ਸਿੱਖਣਗੇ। ਅਦਰਵਾਈਜ਼ ਤਾਂ ਹੋਰ ਵੀ ਬਹੁਤ ਸਾਰੇ ਸਕੂਲ ਹੈਗੇ ਆ
ਤੁਸੀਂ ਦੇਖਿਆ ਅਸੀਂ ਇੱਥੇ ਦੇਖੋ ਹੁਣ ਮੈਂ ਨਾਰਥ ਡੈਲਟਾ 'ਚ ਰਹਿੰਦੀ ਆ, ਮੈਂ ਆਪਣੇ ਬੇਟੇ ਨੂੰ ਰੋਜ਼ ਛੱਡਣ ਆਉਂਦੀ ਆ, ਮੇਰਾ ਛੋਟਾ ਜਿਹਾ ਬੇਬੀ ਆ, ਮੈਂ ਉਹਨੂੰ ਛੱਡ ਕੇ ਘਰ ਮੈਂ ਇਹਨੂੰ ਰੋਜ਼ ਛੱਡਣ ਆਉਂਦੀ ਆ, ਚੱਕਣ ਆਉਂਦੀ ਆ, ਇਸ ਕਰਕੇ ਆਉਂਦੀ ਕਿ ਕੁਛ ਇੱਥੋਂ ਸਿੱਖੇ। ਜੇ ਇਹੋ ਜਿਹੀਆਂ ਚੀਜ਼ਾਂ ਨਹੀਂ ਹੋ ਗਈਆਂ ਫਿਰ ਤਾਂ ਪਬਲਿਕ ਸਕੂਲ 'ਚ ਪੜ੍ਹਾ ਲਓ ਜਾਂ ਪਬਲਿਕ ਸਕੂਲ, ਫਿਰ ਤਾਂ ਠੀਕ ਆ, ਸਭ ਮੇਰੇ ਤਾਂ ਘਰ ਦੇ ਕੋਲ ਆ, ਆਪ ਜਾ ਸਕਦਾ ਮੇਰਾ ਬੇਟਾ। ਪਰ ਇਹ ਜੋ ਕਰ ਰਹੇ ਆ ਗਲਤ ਕਰ ਰਹੇ ਆ। ਪਹਿਲਾਂ ਮਿਸਟਰ ਹੇਅਰ ਹੋਣਾ ਨਾ ਦੇਖੋ ਕਿਹੋ ਜਿਹਾ ਹੋਇਆ ਸੀਗਾ, ਫਿਰ ਸਾਰਿਆਂ ਨੇ ਜਦੋਂ ਪੇਰੈਂਟਸ ਨੇ ਇਹਨਾਂ ਨੂੰ ਕਿਹਾ, ਇਹਨਾਂ ਕੋਲ ਫਿਰ ਕੋਈ ਗੱਲ ਨਹੀਂ ਸੀ ਕਰਨ ਨੂੰ, ਇਹਨਾਂ ਨੇ ਕੋਈ ਰੀਜ਼ਨ ਨਹੀਂ ਦੱਸਿਆ ਕਿ ਉਹਨਾਂ ਨੂੰ ਕਿਉਂ ਫਾਇਰ ਕੀਤਾ। ਇਹਨਾਂ ਨੇ ਸਾਨੂੰ ਇੱਕ ਮੈਸੇਜ ਘੱਲ ਦਿੱਤਾ ਕਿ ਮਿਸਟਰ ਹੇਅਰ ਨੂੰ ਅਸੀਂ ਫਾਇਰ ਕਰ ਦਿੱਤਾ ਆ, ਪਰ ਇਹ ਜੋ ਵੀ ਕਰ ਰਹੇ ਆ ਇਹ ਗਲਤ ਕਰ ਰਹੇ ਆ। ਅੱਛਾ, ਜੇ ਹੁਣ ਆ ਸ਼ੁੱਕਰਵਾਰ ਤੱਕ ਫਰਾਈਡੇ ਤੱਕ ਇਸ ਮਸਲੇ ਦਾ ਇਹਨਾਂ ਨੇ ਹੱਲ ਨਾ ਕੋਈ ਕੀਤਾ, ਕਿ ਸੋਮਵਾਰ ਤੋਂ ਤੁਹਾਡੇ ਬੱਚੇ ਸਕੂਲ ਆਉਣਗੇ? ਨਹੀਂ ਜੀ, ਫਿਰ ਨਹੀਂ ਅਸੀਂ ਬੱਚੇ ਸਕੂਲ ਭੇਜਾਂਗੇ। ਤੇ ਪੇਰੈਂਟਸ ਵੀ ਸਾਰੇ ਸਿਆਣੇ ਆ, ਉਹਨਾਂ ਨੇ ਫੀਸਾਂ ਪੇ ਕਰਨੀਆਂ ਆਪਣੀ ਜੇਬ ਵਿੱਚੋਂ। ਇਹ ਜੋ ਵੀ ਚੱਲ ਰਿਹਾ ਆ, ਮੈਨੂੰ ਨਹੀਂ ਪਤਾ ਇਹ ਕੀ ਕਰਨਾ ਚਾਹੁੰਦੇ ਆ, ਪਰ ਇਹਨਾਂ ਨੂੰ ਇਹ ਸਾਰੀ ਗੱਲ ਸਮਝਣਾ ਹੀ ਚਾਹੀਦੀ ਆ ਕਿ ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਅਸਰ ਪਊਗਾ। ਮੈਂ ਵੇਖ ਰਿਹਾ, ਮੈਂ ਪਹਿਲਾਂ ਵੀ ਮਾਪਿਆਂ ਨਾਲ ਗੱਲਬਾਤ ਕਰ ਰਿਹਾ ਸੀ, ਤੁਹਾਡਾ ਕੀ ਕਨਸਰਨ ਆ ਜੀ? ਮੈਂ ਵੇਖ ਰਿਹਾ ਸੀ ਤੁਹਾਡੇ ਹੱਥ ਵਿੱਚ ਇੱਕ ਬੈਨਰ ਫੜਿਆ ਹੋਇਆ ਸੀ, ਤੁਸੀਂ ਇੱਥੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੋ। ਹਾਂਜੀ, ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ 12 ਸਾਲ ਤੋਂ ਮੈਂ 12 ਸਾਲ ਤੋਂ ਇਸ ਸਕੂਲ ਦੇ ਨਾਲ ਅਟੈਚ ਹਾਂ। ਸਾਡੇ 3 ਬੱਚੇ ਪੜ੍ਹ ਕੇ ਇੱਥੋਂ ਜਾ ਚੁੱਕੇ ਆ, 2 ਮੇਰੇ ਹੱਲੇ ਹੁਣ ਗਾਹਾਂ ਪੜ੍ਹਨੇ ਆ। ਸੋ ਉਸ ਅਕੋਰਡਿੰਗਲੀ ਮੈਂ ਜਿੱਦਾਂ ਉਹ ਸਕੂਲ ਦੇਖਦੀ ਆ ਰਹੀ ਹਾਂ, ਪਿਛਲੇ 2 ਸਾਲ ਤੋਂ ਸਕੂਲ ਵਿੱਚ ਬਹੁਤ ਚੇਂਜਸ ਆਈਆਂ ਨੇ। ਮਿਸਟਰ ਢੀਂਡਸਾ ਸੀਗੇ ਇੱਥੇ ਤਾਂ ਵੀ ਰੀਅਲੀ ਸਾਨੂੰ ਕਦੀ ਕੁਛ ਕਹਿਣ ਦੀ ਲੋੜ ਨਹੀਂ ਸੀ ਪਈ। ਅਸੀਂ ਇੱਕ ਵਾਰੀ ਆ ਕੇ ਲਾਈਕ ਭਾਜੀ ਆਹ ਚੀਜ਼ ਆਪਾਂ ਨੂੰ ਚਾਹੀਦੀ ਆ, ਉਹਨਾਂ ਨੇ ਕਦੀ ਦੂਜਾ ਕੁਐਸਚਨ ਨਹੀਂ ਸੀ ਕੀਤਾ, ਹਾਂਜੀ ਚਾਹੀਦੀ ਆ, ਪ੍ਰਿੰਸੀਪਲ ਨੂੰ ਕਹਿਣਾ, ਉਸੇ ਟਾਈਮ ਸਾਡੀ ਉਹ ਸਾਰੀ ਗੱਲ ਸੁਣਦੇ ਸੀ, ਸਾਡੇ ਉਹ ਕੰਮ ਹੁੰਦੇ ਸੀ। ਅਸੀਂ ਵੀ ਕਦੀ ਅਸੀਂ ਕੋਈ ਨਜਾਇਜ਼ ਚੀਜ਼ਾਂ ਨਹੀਂ ਮੰਗ ਰਹੇ, ਬੱਚਿਆਂ ਵਾਸਤੇ ਨਾਰਮਲ ਚੀਜ਼ਾਂ ਮੰਗ ਰਹੇ ਹਾਂ। ਅਤੇ ਜਦੋਂ ਹੁਣ ਅਸੀਂ ਕੋਈ ਗੱਲ ਕਰਦੇ ਹਾਂ ਇਹ ਰਿਪਲਾਈ ਨਹੀਂ ਕਰਦੇ, ਜੇ ਰਿਪਲਾਈ ਕਰਦੇ ਆ ਤਾਂ ਸਾਡੇ ਕੋਲ ਕੁਛ ਹੈ ਨਹੀਂ ਗਾ। ਇਹਨਾਂ ਦਾ ਇਹ ਰਿਪਲਾਈ ਹੁੰਦਾ ਲਾਈਕ ਲਾਸਟਲੀ ਹੁਣ ਅਸੀਂ ਇਹਨਾਂ ਤੋਂ ਮੰਗ ਰਹੇ ਸੀ, ਸਾਨੂੰ ਟੀਚਰ ਚਾਹੀਦਾ ਇੱਥੇ ਫਰੈਂਚ ਦਾ, ਇਹਨਾਂ ਦੇ ਕੋਲ ਫਰੈਂਚ ਦਾ ਟੀਚਰ ਹੈ ਨਹੀਂ ਗਾ, ਇੱਥੇ ਸਕੂਲ 'ਚ ਪ੍ਰੋਪਰ ਟੀਚਰ ਨਹੀਂ ਹੈਗਾ। ਅਤੇ ਇਹਨਾਂ ਦਾ ਰਿਪਲਾਈ ਆਇਆ ਸਾਡੇ ਤੋਂ ਪੈਸੇ ਹੈ ਨਹੀਂ, ਪੈਸੇ ਕਿੱਥੇ ਗਏ? ਗ੍ਰਾਂਟਾਂ ਤੇ ਬਾਕੀ ਸਕੂਲਾਂ। ਅੱਛਾ, ਮੈਨੂੰ ਇਹ ਦੱਸਿਓ, ਕਾਫੀ ਫੀਸ ਹੁੰਦੀ ਹੈ ਪ੍ਰਾਈਵੇਟ ਸਕੂਲ ਦੀ, ਕਿਉਂਕਿ ਤੁਸੀਂ ਮੁਫਤ ਵਿੱਚ ਤਾਂ ਪੜ੍ਹਾਉਂਦੇ ਨਹੀਂ, ਡੋਨੇਸ਼ਨ ਵੀ ਦਿੰਦੇ ਹੋਵੋਗੇ, ਫੀਸ ਵੀ ਦਿੰਦੇ ਹੋ, ਤੇ ਇਹ ਜਵਾਬ ਸੁਣ ਕੇ ਕਿ ਸਾਡੇ ਕੋਲੇ ਫੰਡਿੰਗ ਨਹੀਂ, ਕਿਵੇਂ ਮਹਿਸੂਸ ਹੋਇਆ ਜਿਹੜਾ ਇੱਕ ਮਾਪਾ ਆਪਣੇ ਬੱਚਿਆਂ ਦੀ ਫੀਸ ਦੇ ਕੇ ਇੱਥੇ ਪੜ੍ਹਾਉਂਦਾ ਹੋਵੇ? ਹਾਲਾਂਕਿ ਕੈਨੇਡਾ ਦੇ ਵਿੱਚ ਆਪਾਂ ਮੁਫਤ ਬੱਚਿਆਂ ਨੂੰ ਪੜ੍ਹਾਉਂਦੇ ਹਾਂ। ਹਾਂਜੀ ਭਾਜੀ, ਰੀਅਲੀ ਇੱਦਾਂ ਸੀ ਕਿ ਮੈਂ ਇਹਨਾਂ ਦੇ ਕੋਲੋਂ ਖੁਦ ਅਸੀਂ ਡਿਮਾਂਡ ਕੀਤੀ ਕਿ ਸਾਨੂੰ ਅਕਾਊਂਟ ਦਿਖਾਓ, ਕਿਉਂਕਿ ਪੇਰੈਂਟਸ ਸਾਡਾ ਐਜ਼ ਅ ਪੇਰੈਂਟਸ ਸਾਡਾ ਹੱਕ ਬਣਦਾ ਕਿ ਅਸੀਂ ਇਹਨਾਂ ਦੇ ਕੋਲੋਂ ਡਿਮਾਂਡ ਕਰ ਸਕਦੇ ਹਾਂ। ਜੇ ਇਹ ਸੱਚੇ ਹੁੰਦੇ, ਜੇ ਇਹਨਾਂ ਨੇ ਸਾਰਾ ਪੈਸੇ ਬੱਚਿਆਂ 'ਤੇ ਲਾਏ ਹੁੰਦੇ ਤਾਂ ਇਹ ਲਾਈਕ ਮੈਨੂੰ ਜੇ ਕੋਈ ਕਹੇ ਤਾਂ ਮੈਂ ਮਿੰਟ ਵਿੱਚ ਦਿਖਾ ਦੇਵਾਂ ਕਿ ਹਾਂ ਆਹ ਕੰਮ ਮੈਂ ਕੀਤਾ ਆ, ਆਹ ਰਾਈਟ ਆ, ਜੇ ਮੈਂ ਰਾਈਟ ਹੋਵਾਂ। ਜੇ ਮੈਂ ਰੋਂਗ ਆ ਤਾਂ ਮੈਂ ਕਹਿਣਾ ਕਿ ਆਈ ਡੋਂਟ ਨੋ, ਪੈਸੇ ਖਰਚੇ ਗਏ ਮੇਰੇ ਤੋਂ, ਹੈ ਨਹੀਂ ਗਏ ਸਾਡੇ ਕੋਲ, ਸੋ ਫਾਰ ਹੈ ਨਹੀਂ ਗਏ, ਨੈਕਸਟ ਟਾਈਮ ਦੇਖਾਂਗੇ। ਫਿਰ ਬੰਦਾ ਐਕਸਕਿਊਜ਼ ਬਣਾਉਂਦਾ ਜੋ ਇਹਨਾਂ ਨੇ ਕੀਤਾ। ਮੇਰੇ ਘਰ ਦੇ ਨਾਲ ਸਕੂਲ ਆ, ਬੱਚੇ ਉੱਥੇ ਪੜ੍ਹ ਸਕਦੇ ਆ, ਅਸੀਂ ਆਲ ਦਾ ਵੇ ਆਉਂਦੇ ਆ, ਛੱਡਣ ਜਾਂਦੇ ਆ। ਸਾਨੂੰ ਇਹ ਆ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਘਰੇ ਜਿੰਨਾ ਮਰਜ਼ੀ ਜ਼ੋਰ ਲਾਈਏ ਅਸੀਂ ਪੜ੍ਹਾ ਨਹੀਂ ਸਕਦੇ। ਜਿਹੜਾ ਇੱਥੇ ਐਟਮੋਸਫੇਅਰ ਬੱਚਿਆਂ ਨੂੰ ਮਿਲਦਾ ਆ ਉਹਦੇ ਨਾਲ ਬੱਚੇ ਜ਼ਿਆਦਾ ਸਿੱਖਦੇ ਆ। ਜੇ ਇਹ ਐਟਮੋਸਫੇਅਰ ਹੀ ਚੇਂਜ ਕਰ ਦੇਣਗੇ, ਜੇ ਉਹਦੀ ਬੁਨਿਆਦ ਹੀ ਹਿਲਾ ਦੇਣਗੇ, ਬੱਚੇ ਕੀ ਸਿੱਖਣਗੇ? ਜੇ ਹੁਣ ਇਹਨਾਂ ਨੇ ਜਿਹੜਾ ਬਾਈ ਲਾ ਚੇਂਜ ਕਰ ਦਿੱਤਾ, ਜਿਸ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਜ਼ਿਕਰ ਹੁੰਦਾ ਸੀ ਕਿ ਸਿੱਖੀ ਨੂੰ ਮੰਨਣ ਵਾਲਾ ਵਿਅਕਤੀ ਇਸ ਦਾ ਮੈਂਬਰ ਬਣ ਸਕਦਾ, ਉਹਦੇ ਤੇ ਤੁਹਾਨੂੰ ਕਿੰਨਾ ਕੁ ਇਤਰਾਜ਼ ਹੈ? ਭਾਜੀ ਮੈਨੂੰ ਤਾਂ ਲੱਗਦਾ ਕਿ ਉਹ ਜ਼ਰੂਰੀ ਆ, ਬਿਕੋਜ਼ ਜੇ ਕੋਈ ਪ੍ਰੋਪਰ ਰੱਖਾਂਗੇ ਤਾਂ ਘਰ ਪ੍ਰੋਪਰ ਮਜ਼ਬੂਤ ਬਣੂਗਾ ਅਕੋਰਡਿੰਗ ਟੂ ਮੀ। ਜੇ ਥੱਲੇ ਤੁਸੀਂ ਉੱਦਾਂ ਦਾ ਬੇਸ ਹੀ ਉੱਦਾਂ ਦਾ ਕਰਤਾ ਤਾਂ ਫਿਰ ਤੁਸੀਂ ਉੱਪਰ ਕਿੰਨੀ ਕੁ ਮੰਜ਼ਿਲ ਕਰ ਲਓਗੇ, ਉੱਪਰ ਕੀ ਤੁਸੀਂ ਬੱਚਿਆਂ ਨੂੰ ਉੱਪਰ ਤੱਕ ਪੜ੍ਹਾ ਲਓਗੇ? ਪ੍ਰਿੰਸੀਪਲ ਸਾਨੂੰ ਪਤਾ ਆ, ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਪਤਾ ਆ, ਸਾਰੀਆਂ ਚੀਜ਼ਾਂ ਬਾਰੇ, ਗ੍ਰੰਥ ਸਾਹਿਬ ਬਾਰੇ ਜਾਂ ਜੋ ਵੀ ਉਹਨਾਂ ਦੇ ਕੋਲ ਪੂਰੀ ਨੌਲੇਜ ਆ, ਸੋ ਤਾਂ ਸਾਡੇ ਬੱਚੇ ਸਿੱਖਦੇ ਆ। ਇਹਨਾਂ ਨੇ ਚੇਂਜ ਕੀਤਾ ਸੀ, ਪ੍ਰਿੰਸੀਪਲ ਟਰਾਈ ਕੀਤਾ ਸੀ ਦੂਜੇ ਲਿਆਉਣ ਦੀ। ਫਿਰ ਮੇਰਾ ਇੱਕ ਕੁਐਸਚਨ ਸੀ ਉਦੋਂ 93.1 ਰੈਡ FM ਤੇ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਕਿਉਂ ਇਹਦੇ ਖਿਲਾਫ ਆ। ਆਈ ਵਾਜ਼ ਲਾਈਕ ਕਿ ਜੇ ਮੈਨੂੰ ਉਹ ਮੇਰੇ 5 ਕੁਐਸਚਨਾਂ ਦੇ ਆਨਸਰ ਦੇ ਦੇਣ ਨਾ ਤਾਂ ਉਹ ਕਹਿੰਦੇ ਸੀ ਕਿ ਤੁਸੀਂ ਡਿਸਕ੍ਰਿਮੀਨੇਸ਼ਨ ਕਰਦੇ ਆ। ਮੈਂ ਇੱਕ ਗੱਲ ਕਹੀ ਸੀ, ਮੈਂ ਪੰਜ ਕੁਐਸਚਨ ਦੇ ਜਵਾਬ ਦੇ ਦੂੰਗੀ, ਈਜ਼ੀ ਕੁਐਸਚਨ ਪੁੱਛੂੰਗੀ, ਮੈਨੂੰ ਕੋਈ ਪ੍ਰੋਬਲਮ ਨਹੀਂ। ਜੇ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਕੁਝ ਕਰਨਗੇ, ਅੱਗੇ ਬੱਚਾ ਸਾਡੇ ਨੂੰ ਸਿਖਾਉਣਗੇ ਤਾਂ ਸੋ ਕੋਈ ਜਵਾਬ ਨਹੀਂ ਉੱਧਰੋਂ? ਕੋਈ ਜਵਾਬ ਨਹੀਂ ਜੀ। ਅਸੀਂ ਉਹਨਾਂ ਨਾਲ ਕੀਪ ਟੱਚਿੰਗ ਕਰਦੇ ਹਾਂ, ਅਸੀਂ ਈਮੇਲ ਕਰਦੇ ਹਾਂ, ਮੋਰੇ ਸਾਨੂੰ ਕੋਈ ਜਵਾਬ ਨਹੀਂ ਆਉਂਦਾ। ਸੋ ਤੁਹਾਨੂੰ ਆਪ ਹੀ ਸਮਝਣਾ ਚਾਹੀਦਾ ਕਿ ਕਿੱਥੇ ਇਹ ਸਕੂਲ ਇਸ ਟਾਈਮ ਖੜਾ ਆ। ਥੈਂਕ ਯੂ ਜੀ। ਅਸੀਂ ਕਈ ਮਾਪਿਆਂ ਨਾਲ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ, ਉਹਨਾਂ ਨੇ ਸਾਡੀ ਜਾਣਕਾਰੀ ਸਾਡੇ ਤੱਕ ਇਹ ਪੁੱਜਦੀ ਕੀਤੀ ਹੈ ਕਿ ਕੁਝ ਬਾਈ ਲਾ ਚੇਂਜ ਕਰ ਦਿੱਤੇ ਆ, ਕੁਝ ਨਵੇਂ ਮੈਂਬਰ ਭਰਤੀ ਕਰ ਦਿੱਤੇ ਆ। ਤੁਹਾਡਾ ਵੀ ਇਹੋ ਹੀ ਇਤਰਾਜ਼ ਹੈ ਜੀ? ਹਾਂਜੀ, ਡੈਫੀਨੇਟਲੀ। ਦੇਖੋ ਜੀ, ਇਹਨਾਂ ਨੇ ਪਹਿਲਾਂ ਤੇ ਨਵੇਂ ਮੈਂਬਰ ਐਡ ਕੀਤੇ ਆ, ਉਹ ਵੀ ਬਿਨਾਂ ਦੱਸੇ ਸੀਕ੍ਰੇਸੀ 'ਚ ਕੀਤੇ ਇਹਨਾਂ ਨੇ, ਅਤੇ ਇੰਟੈਂਸ਼ਨ ਉਹਦੀ ਸਿਰਫ ਇਹ ਸੀ ਕਿ ਇਹਨਾਂ ਦੇ ਬੰਦੇ ਹੋਣ ਅਤੇ ਉਹ ਜਿਹੜੇ ਇਹਨਾਂ ਦੀ ਬੰਦੇ ਆ ਫਿਰ ਇਹਨਾਂ ਦੀ ਫੇਵਰ 'ਚ ਵੋਟ ਕਰਨ ਅਤੇ ਬਾਈ ਲਾਅਸ ਚੇਂਜ ਕਰ ਦੇਣ। ਅਤੇ ਜ਼ਿਆਦਾ ਦੁੱਖ ਦੀ ਗੱਲ ਇਹ ਹੈ ਕਿ ਉਹ ਜਿਹੜੇ ਐਡ ਕੀਤੇ ਉਹਨਾਂ ਦਾ ਸਿੱਖ ਅਕੈਡਮੀ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਕੋਈ ਉਹਨਾਂ ਦੇ ਬੱਚੇ ਵੀ ਨਹੀਂ ਪੜ੍ਹਦੇ ਇੱਥੇ? ਜੀ ਨਹੀਂ, ਬਿਲਕੁਲ ਨਹੀਂ ਪੜ੍ਹਦੇ।
ਤੇ ਉਹਨਾਂ ਦੀ ਬਸ ਇੱਕ ਹੀ ਕੁਆਲੀਫਿਕੇਸ਼ਨ ਹੈ ਕਿ ਜਿਹੜੀ ਵਨ ਪਾਰਟਿਕੂਲਰ ਫੈਮਿਲੀ ਹੈ ਉਹਨਾਂ ਨੂੰ ਉਹਨਾਂ ਦੇ ਨਜ਼ਦੀਕੀ ਹੈ ਤੇ ਉਹਨਾਂ ਦੇ ਹੱਕ ਦੀ ਗੱਲ ਕਰਦੇ, ਬਸ ਇਹੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ। ਤੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਓਵਰ ਐਂਡ ਓਵਰ ਅਗੇਨ ਐਂਡ ਅਗੇਨ ਰਿਕੁਐਸਟ ਭੇਜੀਆਂ ਕਿ ਸਾਨੂੰ ਮੈਂਬਰਸ਼ਿਪ ਵਾਸਤੇ ਹੈ ਨਾ ਸਾਨੂੰ ਕੰਸੀਡਰ ਕਰੋ, ਪਰ ਇਹਨਾਂ ਨੇ ਨਾ ਪੈਕ ਨੂੰ, ਨਾ ਪੈਕ ਦੇ ਹੈੱਡ ਨੂੰ, ਨਾ ਪੇਰੈਂਟਸ ਨੂੰ, ਕੋਈ ਵੀ ਨਾ ਈਵਨ ਸਕੂਲ ਨੂੰ। ਪੇਰੈਂਟਸ ਨੇ ਪਹਿਲਾਂ ਸਕੂਲ ਨੂੰ ਅਪਰੋਚ ਕੀਤਾ, ਸਕੂਲ ਐਡਮਿਨਿਸਟ੍ਰੇਸ਼ਨ ਨੂੰ, ਉਹਨਾਂ ਦੇ ਵਾਇਆ ਭੇਜੀ ਰਿਕੁਐਸਟ, ਇਹਨਾਂ ਨੇ ਕਿਸੇ ਨੂੰ ਰਿਸਪੌਂਸ ਨਹੀਂ ਦਿੱਤਾ। ਐਂਡ ਦੈਨ ਆਲ ਆਫ ਅ ਸਡਨ ਉਦੋਂ ਹੀ ਪਤਾ ਲੱਗਾ ਜਦੋਂ ਇਹਨਾਂ ਨੇ 6 ਮੈਂਬਰ ਬਾਹਰੋਂ ਲਿਆ ਕੇ ਤੇ ਐਡ ਕਰਤੇ। ਉਹ ਫਿਰ ਹੋਰ ਜਿਹੜੀ ਕਮਿਊਨਿਟੀ ਹੈ, ਪੇਰੈਂਟਸ ਕਮਿਊਨਿਟੀ, ਉਹ ਥੋੜ੍ਹੀ ਹੋਰ ਗੁੱਸੇ 'ਚ ਹੋ ਗਈ। ਹਾਂਜੀ, ਅਪਸੈਟ ਹੈ। ਤੇ ਹੁਣ ਤੁਹਾਡੀ ਡਿਮਾਂਡ ਕੀ ਹੈ ਜੀ ਸੁਸਾਇਟੀ ਤੋਂ? ਸਾਡੀ ਸਿਰਫ ਇੱਕ ਹੀ ਡਿਮਾਂਡ ਹੈ ਕਿ ਜਿਹੜਾ ਪਹਿਲਾ ਸਟੇਟਸ ਕੋਈ ਸੀ ਉਹੀ ਆ ਜੇ, ਜਿਹੜੇ ਲਾਜ਼ ਆ ਰਿਪੀਲ ਕਰ ਦੇਣ ਤੇ ਗੁਰੂ ਮਹਾਰਾਜ ਦੀ ਰਹਿਤ ਮਰਿਆਦਾ ਤੇ ਉਹਨਾਂ ਦੀ ਜਿਹੜੀ ਸੁਪਰੀਮ ਅਥਾਰਟੀ ਹੈ ਉਹਨਾਂ ਨੂੰ ਮੰਨਿਆ ਜਾਵੇ, ਕਿਉਂਕਿ ਦੈਟਸ ਵਾਟ ਦੀ ਓਰੀਜਨਲ ਬਾਈ ਲਾਅ ਸਟੇਟਡ। ਤੇ ਤੁਸੀਂ ਉੱਥੇ ਹੀ ਵਾਪਸ ਆ ਜਾਓ ਤੇ ਬਾਕੀ ਜਿਵੇਂ ਚੱਲ ਰਹੇ ਸੀ ਉਵੇਂ ਚੱਲਣ ਦਿਓ। ਬਸ ਇਹੀ ਇੱਕ ਛੋਟੀ ਜਿਹੀ ਡਿਮਾਂਡ ਹੈ ਜੀ। ਆਈ ਡੋਂਟ ਥਿੰਕ ਇਟਸ ਵੈਰੀ ਕੰਪਲੀਕੇਟਡ। ਜੇ ਮੰਨ ਲਓ ਇਸ ਡਿਮਾਂਡ ਨੂੰ ਸੁਸਾਇਟੀ ਨਹੀਂ ਮੰਨਦੀ ਫਿਰ ਤੁਸੀਂ ਕੀ ਕਰੋਗੇ ਜੀ? ਦੇਖੋ ਜੀ, ਰੱਬ ਕਰੇ ਨਾ ਹੀ ਉੱਥੇ ਤੱਕ ਗੱਲ ਪਹੁੰਚੇ, ਪਰ ਅਸੀਂ ਤਾਂ ਪਰਸੂਏਟ ਹੀ ਕਰ ਸਕਦੇ ਹਾਂ ਜੀ, ਹੈ ਨਾ। ਅਤੇ ਬਾਕੀ ਪੰਥ ਦੇ ਹੱਥ ਤੇ ਸਾਰੀ ਕਮਿਊਨਿਟੀ ਦੇ ਹੱਥ ਤੇ ਸਭ ਤੋਂ ਜ਼ਿਆਦਾ ਪੇਰੈਂਟਸ ਦੇ ਹੱਥ ਕਿ ਉਹਨਾਂ ਦਾ ਕੀ ਐਕਸ਼ਨ ਹੋਊਗਾ ਉਹਨਾਂ ਦਾ, ਜਾਂ ਉਹਦੇ ਹਿਸਾਬ ਨਾਲ ਫਿਰ ਸੋਚਾਂਗੇ ਜੀ। ਜੀ, ਥੈਂਕ ਯੂ। ਥੈਂਕ ਯੂ ਜੀ। ਭੈਣ ਜੀ, ਅਸੀਂ ਪਹਿਲਾਂ ਵੀ ਕਈ ਮਾਪਿਆਂ ਦੇ ਨਾਲ ਗੱਲਬਾਤ ਕਰ ਚੁੱਕੇ ਹਾਂ। ਇੱਥੇ ਅੱਜ ਮੈਂ ਵੇਖ ਰਿਹਾ ਕਿ ਬਹੁਤ ਠੰਡੀ ਹਵਾ ਵਗ ਰਹੀ ਹੈ। ਬੱਚੇ ਮੈਂ ਵੇਖ ਰਿਹਾ ਛੁੱਟੀ ਤੋਂ ਬਾਅਦ ਸਕੂਲ ਦੇ ਵਿੱਚੋਂ ਨਿਕਲ ਰਹੇ ਸੀ। ਤੁਹਾਡਾ ਇੱਥੇ ਉਚੇਚੇ ਤੌਰ ਤੇ ਇਸ ਬੈਨਰ ਨੂੰ ਫੜ ਕੇ ਖੜਨਾ ਇਹ ਦਰਸਾਉਂਦਾ ਕਿ ਤੁਸੀਂ ਇੱਥੇ ਰੋਸ ਕਰ ਰਹੇ ਹੋ। ਰੋਸ ਦਾ ਕਾਰਨ ਕੀ ਹੈ ਜੀ? ਕਾਰਨ ਇਹੀ ਹੈ, ਜਿੱਦਾਂ ਦੂਜੇ ਪੇਰੈਂਟਸ ਨੇ ਦੱਸਿਆ ਵੀ ਪਹਿਲਾਂ ਇਹਨਾਂ ਨੇ ਬਾਇਲਾ ਚੇਂਜ ਕੀਤੇ ਆ, ਪੁਰਾਣੇ ਬਾਇਲਾ ਤੇ ਹੁਣ ਨਵੇਂ ਬਾਇਲਾਜ਼ ਬਣਾਏ ਆ, ਹੈ ਨਾ। ਉਹਨਾਂ ਦੇ ਵਿੱਚੋਂ ਸਿੱਖ ਰਹਿਤ ਮਰਿਆਦਾ ਹੋਰ ਵੀ ਕਿੰਨੀਆਂ ਚੀਜ਼ਾਂ ਬਹੁਤ ਇਹਨਾਂ ਨੇ ਰਿਮੂਵ ਕਰਤੀਆਂ, ਜਿਨ੍ਹਾਂ ਦੀ ਲਈ ਅਸੀਂ ਬੱਚੇ ਇੱਥੇ ਪੜ੍ਹਨ ਲਾਏ ਆ, ਹੈ ਨਾ, ਜਿਹਦੇ ਖਾਤਰ ਅਸੀਂ ਫੀਸ ਦਿੰਦੇ ਆ। ਉਹੀ ਇਹ ਕਹਿੰਦੇ ਆ ਵੀ ਅਸੀਂ ਰਿਮੂਵ ਕਰਨੀਆਂ ਨੇ ਉਹਦੇ ਵਿੱਚੋਂ। ਤੇ ਪਹਿਲਾਂ ਇਹਨਾਂ ਨੇ ਮਿਸਟਰ ਹੇਅਰ ਨੂੰ ਕੱਢਤਾ ਸੀ ਵਿਦਆਊਟ ਰੀਜ਼ਨ, ਲਾਈਕ ਉਹਨਾਂ ਨੇ ਬਸ ਇੱਕ ਲੈਟਰ ਪਾ ਦਿੱਤੀ ਕਿ ਅਸੀਂ ਮਿਸਟਰ ਹੇਅਰ ਨੂੰ ਫਾਇਰ ਕਰਤਾ। ਇੱਦਾਂ ਹੀ ਇਹਨਾਂ ਨੇ ਹੁਣ ਕੀਤਾ। ਉਦੋਂ ਇਹ ਸਾਰਾ ਕੁਝ ਸਟੇਜ 'ਤੇ ਮੰਨ ਕੇ ਗਏ ਸੀ ਵੀ ਅਸੀਂ ਜੋ ਵੀ ਚੇਂਜਸ ਕਰਾਂਗੇ ਪੈਕ ਦੇ ਨਾਲ ਗੱਲ ਕਰਕੇ ਕਰਾਂਗੇ। ਅਤੇ ਹੁਣ ਇਹਨਾਂ ਨੇ ਪੈਕ ਨੂੰ ਦੱਸਿਆ ਹੀ ਕੁਛ ਨਹੀਂ, ਕੋਈ ਨਹੀਂ ਕਿਸੇ ਨੂੰ ਗੱਲ ਕੀਤੀ ਹੈਗੀ। ਅਤੇ ਅਸੀਂ ਕਿਹਾ ਸੀ ਵੀ ਸਾਨੂੰ ਵੀ ਹੈ ਨਾ ਵੀ ਮੈਂਬਰਸ਼ਿਪ ਦਿਓ ਜਾਂ ਜੋ ਵੀ ਕੋਈ ਹੈਗਾ, ਇੱਕ ਪੇਰੈਂਟਸ ਨੂੰ ਦੋ ਨੂੰ ਆਪਾਂ ਥੋੜ੍ਹਾ ਕਹਿੰਦੇ ਕਿ 500 ਦਾ 500 ਬੰਦਾ ਤੁਸੀਂ ਐਂਟਰ ਕਰਾਓ, ਹੈ ਨਾ। ਉੱਥੇ ਕਿ ਸਾਨੂੰ ਵੀ ਪਤਾ ਰੂਲ ਰੈਗੂਲੇਸ਼ਨ, ਅਸੀਂ ਇੰਨੇ ਸਾਲਾਂ ਦੇ ਇੱਥੇ ਰਹਿੰਦੇ ਹਾਂ ਕੈਨੇਡਾ ਦੇ ਵਿੱਚ। ਅਤੇ ਆਫਟਰ ਦੈਟ ਫਿਰ ਇਹਨਾਂ ਨੇ ਉਹ ਨਹੀਂ ਕੀਤਾ। ਬਾਹਰੋਂ ਬੰਦੇ ਜਿਹੜੇ ਇਹਨਾਂ ਦੇ ਬੱਚੇ ਇੱਥੇ ਸਕੂਲ 'ਚ ਪੜ੍ਹਦੇ ਵੀ ਨਹੀਂ, ਉਹਨਾਂ ਨੂੰ ਇਹਨਾਂ ਨੇ ਦਿੱਤੀ ਮੈਂਬਰਸ਼ਿਪ। ਅੱਛਾ, ਉਹਦੇ ਬਾਬਤ ਜਿਨ੍ਹਾਂ ਨੂੰ ਮੈਂਬਰਸ਼ਿਪ ਨਵੀਂ ਦੇ ਦਿੱਤੀ, ਜਦੋਂ ਉਹ ਕੰਮ ਕੀਤਾ ਤੁਹਾਨੂੰ ਕੋਈ ਇਹਨਾਂ ਨੇ ਇਤਲਾਹ ਕੀਤੀ, ਕੋਈ ਸੁਨੇਹਾ ਭੇਜਿਆ ਕਿ ਅਸੀਂ ਨਵੇਂ ਮੈਂਬਰ ਭਰਤੀ ਕਰਨ ਲੱਗੇ ਹਾਂ? ਨਹੀਂ, ਸਾਨੂੰ ਕੋਈ ਇਹਨਾਂ ਨੇ ਇਤਲਾਹ ਨਹੀਂ ਕੀਤੀ। ਇਹਨਾਂ ਨੇ ਸਿਰਫ ਪੈਕ ਨੂੰ ਈਮੇਲ ਕਰਤੀ ਜਦੋਂ ਇਹਨਾਂ ਦੀ ਉਹ ਮੀਟਿੰਗ ਹੋਈ ਸੀ, ਜਦੋਂ ਇਹਨਾਂ ਨੇ ਵੋਟਾਂ ਪਾਈਆਂ ਉਦੋਂ ਹੀ ਸਾਨੂੰ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਆਹ ਨਵੇਂ ਮੈਂਬਰ ਵਿੱਚ ਪਾਏ ਹੋਏ ਆ। ਉਦੋਂ ਨਹੀਂ, ਸਾਨੂੰ ਪਹਿਲਾਂ ਨਹੀਂ ਕਿਸੇ ਨੇ ਵੀ ਦੱਸਿਆ ਵੀ ਜਾਂ ਅਸੀਂ ਨਵੇਂ ਮੈਂਬਰ ਵਿੱਚ ਪਾਉਣੇ ਆ। ਸਾਨੂੰ ਤਾਂ ਇਹਨਾਂ ਨੇ ਰਿਫਿਊਜ਼ ਕਰਤਾ ਸੀ ਕਿ ਆਪਾਂ ਕਰਦੇ ਹੀ ਨਹੀਂ ਕੋਵਿਡ ਕਰਕੇ ਕੁਛ ਹਲੇ। ਤੇ ਤੁਹਾਡੀ ਹੁਣ ਡਿਮਾਂਡ ਕੀ ਹੈ ਜੀ ਇਸ ਸੁਸਾਇਟੀ ਤੋਂ? ਡਿਮਾਂਡ ਸਾਡੀ ਇਹੀ ਹੈ ਸਟੱਡੀ ਤੋਂ ਵੀ ਜੋ ਪਹਿਲਾਂ ਸੀਗਾ ਚੱਲਦਾ ਆਇਆ 12 ਸਾਲਾਂ ਦਾ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਨਹੀਂ, ਸਾਨੂੰ ਟੀਚਰਾਂ ਦੇ ਨਾਲ, ਪ੍ਰਿੰਸੀਪਲ ਦੇ ਨਾਲ, ਸਟੱਡੀ ਨਾਲ, ਬੱਚਿਆਂ ਦੀ ਨਾਲ ਕੋਈ ਪ੍ਰੋਬਲਮ ਨਹੀਂ ਗੀ। ਬੱਚੇ ਇੰਨਾ ਲਾਈਕ ਕਰਦੇ ਆ ਸਕੂਲ ਨੂੰ, ਹੈ ਨਾ, ਕਿ ਉਹ ਤਾਂ ਛੱਡਣ ਨੂੰ ਵੀ ਤਿਆਰ ਨਹੀਂ ਹੈਗੇ। ਜਦੋਂ ਅਸੀਂ ਕਹਿੰਦੇ ਆ, ਉਹ ਕਹਿੰਦੇ ਆ ਵਾਈ ਮੰਮਾ, ਵਾਈ ਵੀ ਹੈਵ ਟੂ ਡੂ ਦੈਟ, ਹੈ ਨਾ। ਫਿਰ ਜੇ ਅਸੀਂ ਉਹੀ ਅਸੀਂ ਕਹਿੰਦੇ ਆ ਵੀ ਉਹ ਸੇਮ ਬਾਇਲਾ ਜਿਹੜੇ ਹੈਗੇ ਆ ਉਹ ਵਾਪਸ ਲੈ ਕੇ ਆਉਣ, ਅਤੇ ਜਿਹੜੇ ਇਹ ਮੈਂਬਰਸ ਨੇ ਉਹ ਅਸਤੀਫਾ ਦੇਣ, ਜਿਹੜੇ ਸਿੱਖੀ ਦਾ ਹੈ ਹੀ ਨਹੀਂ, ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂਗਾ, ਹੈ ਨਾ। ਦੈਟਸ ਆਲ ਆਪਾਂ ਇਹ ਕਹਿੰਦੇ ਹਾਂ। ਥੈਂਕ ਯੂ ਸੋ ਮਚ। ਮੈਂ ਕਈ ਮਾਪਿਆਂ ਨਾਲ ਗੱਲਬਾਤ ਕੀਤੀ ਹੈ, ਸਾਰਿਆਂ ਦਾ ਕੰਸਰਨ ਲਗਭਗ ਇੱਕੋ ਹੀ ਥਾਂ ਤੇ ਆ ਕੇ ਰੁਕਦਾ ਹੈ। ਮੈਂ ਵੇਖ ਰਿਹਾ ਕਿ ਠੰਡੀ ਹਵਾ ਚੱਲ ਰਹੀ ਹੈ, ਬੱਚੇ ਵੀ ਬਾਹਰ ਖੇਡ ਰਹੇ ਨੇ, ਤੁਸੀਂ ਬਾਹਰ ਇੱਥੇ ਇਸ ਵਕਤ ਰੋਸ ਪ੍ਰਦਰਸ਼ਨ ਕਰ ਰਹੇ ਹੋ। ਤੁਹਾਡੇ ਇਸ ਰੋਸ ਪ੍ਰਦਰਸ਼ਨ ਦਾ ਵਜ੍ਹਾ ਜਾਂ ਕਾਰਨ ਕੀ ਹੈ ਜੀ? ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੇ ਬੱਚੇ, ਜੀ, ਮੇਰੇ ਵੈਸੇ ਬੱਚੇ ਨਹੀਂ, ਮੇਰੇ ਗ੍ਰੈਂਡ ਕਿਡਸ ਇੱਥੇ ਪੜ੍ਹਦੇ ਨੇ। ਮੂਡ ਨਾਲੋਂ ਵਿਆਜ ਪਿਆਰਾ ਹੁੰਦਾ ਜੀ। ਹਾਂਜੀ, ਸ਼ਾਇਦ ਇਸੇ ਕਰਕੇ ਮੈਂ ਇੱਥੇ ਆ। ਜੀ, ਮੇਰਾ ਸਭ ਤੋਂ ਵੱਡਾ ਕੰਸਰਨ ਹੈ ਕਿ ਬੱਚੇ ਇਸ ਟਾਈਮ ਜਿਹੜੇ ਨੇ ਨਾ ਉਹ ਬਹੁਤ ਸਟ੍ਰੈਸ 'ਚ ਨੇ। ਬਾਕੀ ਤੁਸੀਂ ਸਾਰੀਆਂ ਸਕੂਲ ਦੀਆਂ ਗੱਲਾਂ ਤੇ ਸੁਣੀਆਂ ਹੋਣੀਆਂ, ਪਰ ਜਿਹੜੇ ਬੱਚੇ ਨੇ ਇਹਨਾਂ ਦਾ ਸਟ੍ਰੈਸ ਲੈਵਲ ਨਾ ਹੁਣ ਥੋੜ੍ਹਾ ਜਿਹਾ ਉੱਪਰ ਜਾ ਰਿਹਾ। ਜਦੋਂ ਦੇ ਪ੍ਰਿੰਸੀਪਲ ਸਾਹਿਬ ਨੂੰ ਇਹਨਾਂ ਨੇ ਫਾਇਰ ਕੀਤਾ ਸੀਗਾ, ਉਸ ਟਾਈਮ ਬੱਚਿਆਂ ਦੇ ਦਿਮਾਗ ਸੀ ਕਿ ਵਾਟਸ ਰੌਂਗ, ਕੀ ਗੱਲ ਹੈ, ਪ੍ਰਿੰਸੀਪਲ ਸਾਹਿਬ ਨੇ ਕੁਝ ਗਲਤ ਕੀਤਾ ਜਾਂ ਉਹ ਠੀਕ ਨਹੀਂ ਹੈਗੇ। ਅਤੇ ਸਾਡੇ ਕੋਲ ਤਾਂ ਜਵਾਬ ਨਹੀਂ ਸੀ ਉਸ ਟਾਈਮ, ਪਰ ਦੱਸ ਰਹੇ ਸੀ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ। ਮੇ ਬੀ ਨਵਾਂ ਬੋਰਡ ਆਇਆ, ਉਹਨਾਂ ਨੇ ਕੁਛ ਇੰਝ ਕੀਤਾ। ਫਿਰ ਉਹਨਾਂ ਦਾ ਕੁਐਸਚਨ ਹੋ ਗਿਆ ਕਿ ਬੋਰਡ ਕੀ ਹੈ। ਉਹ ਆਉਂਦੇ ਨਹੀਂ ਇੱਥੇ, ਬੋਰਡ ਕਿੱਥੇ, ਕਿਹੜੇ ਕਮਰੇ 'ਚ ਬਹਿੰਦਾ।
ਅਸੀਂ ਕਿਹਾ ਸਕੂਲ ਤੇ ਅਸੀਂ ਕਦੀ ਆਪ ਨਹੀਂ ਦੇਖੇ ਤੇ ਫਿਰ ਵੀ ਬੱਚਿਆਂ ਦਾ ਇਹ ਕੰਸਰਨ। ਫਿਰ ਹੁਣ ਬੱਚੇ ਦੇਖਦੇ ਆ ਮਾਂ ਪਿਓ ਬਾਹਰ ਇੱਥੇ ਖੜੇ ਨੇ, ਉਹ ਕਹਿੰਦੇ ਨੇ ਉੱਧਰ ਫਾਰਮਰਸ ਪ੍ਰੋਟੈਸਟ ਹੋ ਰਿਹਾ, ਇੱਧਰ ਪੇਰੈਂਟਸ ਪ੍ਰੋਟੈਸਟ ਹੋ ਰਿਹਾ, ਵਾਟਸ ਗੋਇੰਗ ਔਨ ਇਨ ਆਵਰ ਕਮਿਊਨਿਟੀ। ਹੁਣ ਬੱਚਿਆਂ ਨੂੰ ਕੀ ਜਵਾਬ ਦਈਏ? ਹੁਣ ਉਹਨਾਂ ਨੇ ਪੜ੍ਹਨਾ ਵੀ ਹੈ, ਦੂਜਾ ਕੋਵਿਡ ਦਾ ਸਟ੍ਰੈਸ ਜੀ। ਸੋ ਇੱਕ ਸਟ੍ਰੈਸ ਨਹੀਂ ਇਸ ਟਾਈਮ ਬੱਚਿਆਂ 'ਤੇ, ਬਹੁਤ ਸਾਰੇ ਸਟ੍ਰੈਸ ਆ ਗਏ ਨੇ। ਔਰ ਸਭ ਤੋਂ ਵੱਡਾ ਸਟ੍ਰੈਸ ਤਾਂ ਇਹ ਹੈ ਕਿ ਹੁਣ ਇਹ ਸਕੂਲ 'ਚ ਹੋ ਕੀ ਰਿਹਾ, ਪੇਰੈਂਟਸ ਕੀ ਚਾਹੁੰਦੇ ਨੇ, ਪ੍ਰਿੰਸੀਪਲ ਕੀ ਚਾਹੁੰਦੇ ਨੇ, ਜਾਂ ਸਾਡੇ ਬੋਰਡ ਵਾਲੇ ਉਹ ਕੌਣ ਹੈ। ਸੋ ਜਿਹਦੇ ਬਾਰੇ ਬੱਚਿਆਂ ਦਾ ਸਭ ਤੋਂ ਵੱਡਾ ਸਟ੍ਰੈਸ ਹੈ। ਸੋ ਮੇਰਾ ਸਟ੍ਰੈਸ ਇਹ ਹੈ ਕਿ ਬੱਚੇ ਵਿਚਾਰੇ ਛੋਟੇ ਛੋਟੇ, ਉਹਨਾਂ ਦੇ ਦਿਮਾਗਾਂ 'ਤੇ ਇੰਨਾ ਬੋਝ ਪਾਉਣਾ, ਇਹ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈਗੀ। ਸੋ ਤੁਹਾਡੀ ਇਸ ਸੁਸਾਇਟੀ ਤੋਂ, ਪ੍ਰਬੰਧਕਾਂ ਤੋਂ, ਜਿਹੜੇ ਬੋਰਡ ਮੈਂਬਰ ਨੇ, ਉਹਨਾਂ ਤੋਂ ਕੀ ਡਿਮਾਂਡ ਹੈ ਜੀ ਤੁਹਾਡੀ? ਡਿਮਾਂਡ ਇਹ ਆ ਕਿ ਬਾਹਰ ਆਓ, ਬੱਚਿਆਂ ਨੂੰ ਵੀ ਮਿਲੋ, ਸਾਨੂੰ ਵੀ ਮਿਲੋ, ਤੇ ਦੱਸੋ ਕਿ ਉਹ ਕੀ ਚਾਹੁੰਦੇ ਨੇ, ਕੀ ਚੇਂਜਸ ਲਿਆਉਣਾ ਚਾਹੁੰਦੇ ਨੇ, ਕੀ ਉਹ ਚੇਂਜਸ ਸਾਡੇ ਬੱਚਿਆਂ ਲਈ ਜਾਂ ਪੇਰੈਂਟਸ ਲਈ ਉਹ ਠੀਕ ਨੇ ਜੀ। ਕਿਉਂਕਿ ਉਹਨਾਂ ਦੇ ਆਪਣੇ ਬੱਚੇ ਮੈਨੂੰ ਨਹੀਂ ਲੱਗਦਾ ਕਿ ਇਸ ਸਕੂਲ 'ਚ ਪੜ੍ਹਦੇ ਨੇ। ਸੋ ਜਦੋਂ ਤੁਹਾਡਾ ਆਪਣਾ ਬੱਚਾ ਇੱਥੇ ਪੜ੍ਹਦਾ ਹੋਵੇ ਤਾਂ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਕਿ ਤੁਹਾਨੂੰ ਕੀ ਚਾਹੀਦਾ ਬੱਚੇ ਨੂੰ, ਕੀ ਉਹਨਾਂ ਨੂੰ ਐਜੂਕੇਸ਼ਨ ਚਾਹੀਦੀ ਹੈ, ਉਹਨਾਂ ਨੂੰ ਸਪੋਰਟਸ ਫੈਸਿਲਿਟੀਜ਼ ਚਾਹੀਦੀਆਂ ਨੇ। ਪਰ ਜੇ ਆਪਣਾ ਹੀ ਬੱਚਾ ਤੁਹਾਡਾ ਇੱਥੇ ਨਹੀਂ, ਫਿਰ ਤੁਸੀਂ ਕਿਸੇ ਹੋਰ ਦੀ ਚੀਜ਼ ਯੂਜ਼ ਕਰ ਰਹੇ ਹੋ, ਉਹਦਾ ਮਤਲਬ। ਸੋ ਅਸੀਂ ਇਹੀ ਚਾਹੁੰਦੇ ਹਾਂ ਕਿ ਉਹ ਬਾਹਰ ਆਉਣ, ਬੱਚਿਆਂ ਨਾਲ ਵੀ ਗੱਲ ਕਰਨ ਤੇ ਪੇਰੈਂਟਸ ਨਾਲ ਵੀ ਗੱਲ ਕਰਨ ਜੀ। ਥੈਂਕ ਯੂ। ਜਿਸ ਤਰ੍ਹਾਂ ਦੋਸਤੋ ਅਸੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੇ ਸੀ ਕਿ ਕੁਝ ਮਾਪੇ ਨੇ ਜਿਹੜੇ ਸਿੱਖ ਅਕੈਡਮੀ ਦੇ ਵਿੱਚ ਜਿਨ੍ਹਾਂ ਦੇ ਬੱਚੇ ਪੜ੍ਹ ਰਹੇ ਨੇ, ਉਹਨਾਂ ਦੇ ਕੁਝ ਇਤਰਾਜ਼ ਨੇ ਅਤੇ ਉਹਨਾਂ ਦੀ ਗੱਲਬਾਤ ਤੁਸੀਂ ਸੁਣੀ ਹੈ। ਹੁਣ ਸਿੱਖ ਅਕੈਡਮੀ ਦੇ ਇੱਕ ਮੈਂਬਰ ਨੇ ਬਹਾਦਰ ਸਿੰਘ ਸੰਧੂ। ਅਸੀਂ ਦੋਵੇਂ ਪੱਖਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਾਪੇ ਕਿਉਂ ਉਸ ਵਕਤ ਰੋਸ ਪ੍ਰਦਰਸ਼ਨ ਕਰ ਰਹੇ ਸੀ ਤੇ ਅਸਲ ਦੇ ਵਿੱਚ ਸੁਸਾਇਟੀ ਦਾ ਕੀ ਪੱਖ ਹੈ, ਤਾਂ ਕਿ ਤੁਹਾਨੂੰ ਦੋਵੇਂ ਪਾਸਿਆਂ ਦੀ ਤਸਵੀਰ ਨਜ਼ਰ ਆ ਸਕੇ ਤੇ ਸੱਚਾਈ ਤੁਹਾਨੂੰ ਉਸ ਦੇ ਵਿੱਚੋਂ ਲੱਭ ਸਕੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ। ਗੁਰਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੇ ਸਾਰੇ ਦਰਸ਼ਕਾਂ ਨੂੰ ਜਿਹੜਾ ਇਸ ਵੇਲੇ ਪ੍ਰੋਗਰਾਮ ਦੇਖ ਰਿਹਾ ਆ, ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਧੂ ਸਾਹਿਬ, ਅਸੀਂ ਕੁਝ ਮਾਪਿਆਂ ਨਾਲ ਗੱਲਬਾਤ ਕੀਤੀ ਹੈ, ਉਹਨਾਂ ਦੇ ਕੁਝ ਇਤਰਾਜ਼ ਨੇ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਹਾਡੇ ਕੋਲ ਵੀ ਇਹ ਸੂਚਨਾ ਹੋਣੀ ਹੈ ਕਿ ਮਾਪੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਨੇ, ਕਿਉਂ ਕਰ ਰਹੇ ਨੇ ਜੀ? ਹਾਂਜੀ, ਜਿਹੜੇ ਸਾਨੂੰ ਪੈਕ ਦੇ ਮੈਂਬਰ ਹੁੰਦੇ ਆ ਜੀ, ਉਹਨਾਂ ਦੀ ਡਿਊਟੀ ਹੁੰਦੀ ਆ, ਜੇ ਕੋਈ ਉਹਨਾਂ ਦਾ ਕੋਈ ਵੀ ਕੰਸਰਨ ਆ, ਉਹ ਪ੍ਰਿੰਸੀਪਲ ਕੋ ਜਾਣ, ਪ੍ਰਿੰਸੀਪਲ ਨੂੰ ਲਿਖਤੀ ਰੂਪ ਦੇ ਵਿੱਚ ਉਹ ਆਪਣਾ ਦੇਣ ਕੰਸਰਨ, ਤੇ ਪ੍ਰਿੰਸੀਪਲ ਨੇ ਦੇਖਣਾ ਹੁੰਦਾ ਜੇ ਉਹ ਉਸ ਕੰਸਰਨ ਨੂੰ ਡੀਲ ਕਰ ਸਕਦਾ ਠੀਕ ਹੈ, ਜੇ ਉਹ ਨਹੀਂ ਕਰ ਸਕਦਾ, ਪ੍ਰਿੰਸੀਪਲ ਦਾ ਫਰਜ਼ ਹੁੰਦਾ ਉਹ ਬੋਰਡ ਨੂੰ ਉਹ ਜਿਹੜੀ ਉਹਨਾਂ ਦੀ ਸ਼ਿਕਾਇਤ ਹੈ ਉਹ ਦੇਵੇ, ਤਾਂ ਕਿ ਬੋਰਡ ਜਿਹੜਾ ਫਿਰ ਮੁੜ ਕੇ ਬੈਠ ਕੇ ਡਿਸਕਸ ਕਰੇ, ਉਹ ਦੇਖੇ ਕਿ ਇਹਨਾਂ ਦੀ ਕੀ ਡਿਮਾਂਡਸ ਆ, ਕੀ ਗੱਲ ਆ, ਜਿਹੜਾ ਕਿ ਇਸ ਚੈਨਲ ਨਾਲ ਨਹੀਂ ਹੋਇਆ। ਸੋ ਇਹ ਕਮਿਊਨੀਕੇਸ਼ਨ ਗੈਪ ਸੀ ਕਾਫੀ ਵੱਡਾ। ਇਹ ਦੋ ਤਿੰਨਾਂ ਬੰਦਿਆਂ ਦੀ ਵਿੱਚ ਸਾਰੀ ਪ੍ਰੋਬਲਮ ਜਿਹੜੀ ਕ੍ਰੀਏਟ ਕੀਤੀ ਆ। ਸੋ ਜਿਹੜੇ ਮੋਸਟ ਪੇਰੈਂਟਸ ਹਨ, ਸਾਨੂੰ ਕਈ ਪੇਰੈਂਟਸ ਬਹੁਤ ਫੋਨ ਕਰਕੇ ਵੀ ਕਹਿ ਰਿਹਾ ਵੀ ਇਹ 5-7 ਬੰਦੇ 10 ਕੀ ਕਰ ਰਹੇ ਇੱਥੇ, ਤੁਸੀਂ ਇਹਨਾਂ ਨੂੰ ਹਟਾਉਂਦੇ ਕਿਉਂ ਨਹੀਂ, ਇਹ ਸਕੂਲ ਦੀ ਬਦਨਾਮੀ ਕਰ ਰਿਹਾ ਆ। ਪਰ ਹੁਣ ਕਈ ਚੀਜ਼ਾਂ ਇੱਦਾਂ ਹੁੰਦੀਆਂ ਵੀ ਅਸੀਂ ਇਹ ਨਹੀਂ ਪੇਰੈਂਟਸ ਨੂੰ ਵੀ ਫੀਲਿੰਗ ਦੇਣੀ ਚਾਹੁੰਦੇ ਵੀ ਅਸੀਂ ਇਹ ਇਸ ਤਰ੍ਹਾਂ ਕਰੀਏ ਨੇ। ਹੁਣ ਤੁਹਾਡੀ ਪਰਮਿਸਿਸ 'ਚ ਕੋਈ ਇੱਦਾਂ ਦੀ ਗੱਲ ਕਰਦਾ ਤੇ ਤੁਹਾਡੇ ਕੋਲ ਰਾਈਟ ਤਾਂ ਹੁੰਦਾ, ਤੁਸੀਂ ਰਿਮੂਵ ਕਰ ਸਕਦੇ, ਪਰ ਅਸੀਂ ਉਸ ਚੀਜ਼ ਨੂੰ ਕਦੀ ਨਹੀਂ ਕੀਤਾ, ਕਿਉਂਕਿ ਉਹ ਗੁਰੂ ਘਰ ਵੀ ਸਾਂਝਾ ਸਾਰਿਆਂ ਦਾ ਤੇ ਸਕੂਲ ਵੀ ਚਲੋ ਭਾਵੇਂ ਹੈ ਸੁਸਾਇਟੀ ਦਾ, ਪਰ ਹੈ ਉੱਥੇ ਬੱਚੇ ਸਾਰਿਆਂ ਦੇ ਪੜ੍ਹਦੇ, ਇਸ ਕਰਕੇ ਅਸੀਂ ਤਾਂ ਸਾਰਿਆਂ ਨੇ ਗੈਟ ਅਲੋਂਗ ਟਰਾਈ ਕੀਤੀ ਆ। ਔਰ ਸੈਕੰਡ ਇਹਦੇ ਵਿੱਚ ਜਿਹੜੇ ਆ, ਅੱਛਾ, ਇੱਕ ਮੈਨੂੰ ਇਹ ਦੱਸਿਓ, ਉਹਨਾਂ ਦਾ ਇੱਕ ਇਤਰਾਜ਼ ਜਿਹੜਾ ਮਾਪੇ ਦੱਸ ਰਹੇ ਨੇ ਉਹ ਇਹ ਹੈ ਕਿ ਇਹਨਾਂ ਨੇ 22 ਦਾ ਵੱਡੇ ਪੱਧਰ ਤੇ ਚੇਂਜ ਕਰ ਦਿੱਤੇ, ਸੱਚਾਈ ਹੈ ਜੀ ਕੋਈ? ਇਹ ਜੀ ਮੈਂ ਹੁਣ ਤੁਹਾਨੂੰ ਪਹਿਲੀ ਵੀ ਕਾਪੀ ਦੇ ਜਾਣੀ ਆ, ਕਿਉਂਕਿ ਜਿਹੜੇ ਆਲਰੇਡੀ ਰਜਿਸਟਰਡ ਹੋ ਗਏ ਆ ਜੀ। ਦੂਜਾ ਜਿਹੜਾ ਉਹ ਗੱਲ ਕਰਦੇ ਮਰਿਆਦਾ ਦੀ, ਤੁਸੀਂ ਉਹ ਨਵੇਂ 'ਚ ਚੈੱਕ ਕਰ ਲਿਓ, ਉਹ 'ਚ ਜੋ ਅਕਾਲ ਤਖਤ ਸਾਹਿਬ ਦੀ ਵੈਬਸਾਈਟ ਤੇ ਮਰਿਆਦਾ ਸਿੱਖ ਦੀ ਡੈਫੀਨੇਸ਼ਨ ਆ, ਉਹ ਹੂ ਬਹੂ ਲਾਤੀ ਆ। ਇੱਕ ਓਂਕਾਰ ਤੋਂ ਹੀ ਜਿਹੜਾ ਸਾਡਾ ਸਾਰਾ ਸ਼ੁਰੂ ਹੁੰਦਾ। ਹੁਣ ਜਿਹੜੀ ਵੱਡੀ ਗੱਲ ਇਹ ਕਰ ਰਹੇ ਆ ਵੀ ਪ੍ਰਿੰਸੀਪਲ ਦੀ, ਹੁਣ ਉਹਦੇ ਵਿੱਚ ਮੇਰਾ ਇੱਕ ਕੁਐਸਚਨ ਆ ਸਾਡੇ ਮਾਪਿਆਂ ਨੂੰ ਵੀ, ਇਸ ਵੇਲੇ ਜਿਹੜਾ ਪ੍ਰਿੰਸੀਪਲ ਆ ਸਕੂਲ ਦਾ ਉਹ ਅੰਮ੍ਰਿਤਧਾਰੀ ਆ ਕਿ ਨਹੀਂ ਜੀ? ਜੇ ਤਾਂ ਇਸ ਵੇਲੇ ਉਹ ਅੰਮ੍ਰਿਤਧਾਰੀ ਆ, ਫਿਰ ਇਹਨਾਂ ਨੂੰ ਕੁਐਸਚਨ ਉਠਾਉਣਾ ਨਹੀਂ ਚਾਹੀਦਾ, ਕਿਉਂਕਿ ਕੱਲ੍ਹ ਨੂੰ ਆਪਾਂ ਸਾਰੇ ਇਨਸਾਨ ਆ। ਪਰਮਾਤਮਾ ਨਾ ਕਰੇ ਕਿਸੇ ਬੰਦੇ ਨੂੰ ਕੁਛ ਵੀ ਕੋਈ ਗੱਲ ਹੋ ਜਾਂਦੀ, ਕਿਸੇ ਨੂੰ ਜਾਣਾ ਪੈ ਜਾਂਦਾ ਜਾਂ ਕੋਈ ਹੋਰ ਚੀਜ਼ ਹੋ ਜਾਂਦੀ, ਸਾਨੂੰ ਰਾਈਟ ਬਾਏ ਪ੍ਰਿੰਸੀਪਲ ਦੀ ਲੋੜ ਆ। ਸਾਡੇ ਕੋਲ 2 ਐਪਲੀਕੇਸ਼ਨ ਆਉਂਦੀਆਂ, ਇੱਕ ਅੰਮ੍ਰਿਤਧਾਰੀ ਦੀ ਆਉਂਦੀ ਆ, ਇੱਕ ਨਾਨ ਅੰਮ੍ਰਿਤਧਾਰੀ ਦੀ ਆਉਂਦੀ। ਪਰ ਨਾਨ ਅੰਮ੍ਰਿਤਧਾਰੀ ਉਹ ਹੋਊਗਾ ਜਿਹੜਾ ਸਿੱਖੀ 'ਚ ਬਲੀਵ ਕਰਦਾ ਹੋਊਗਾ ਤੇ ਗੁਰੂ ਗ੍ਰੰਥ ਸਾਹਿਬ 'ਚ ਪੂਰਾ ਵਿਸ਼ਵਾਸ ਰੱਖਦਾ ਹੋਊਗਾ। ਹੁਣ ਵੈਲ ਕੁਆਲੀਫਾਈਡ ਵੀ ਹੋਊਗਾ। ਹਾਂ, ਜਿਹੜਾ 100% ਕੁਆਲੀਫਾਈਡ, ਜਿਹੜੀ ਸਕੂਲ ਨੂੰ ਜਿਹੜੀ ਸਾਡੀ ਲੋੜ ਆ, ਨੀਡਸ ਆ ਬੱਚਿਆਂ ਨੂੰ, ਉਹ ਕੁਆਲੀਫਾਈਡ ਵੀ ਹੋਵੇ। ਹੁਣ ਜੇ ਅੰਮ੍ਰਿਤਧਾਰੀ ਉਹ 60% ਕੁਆਲੀਫਾਈ ਕਰਦਾ, ਜਿਹੜਾ ਨਾਨ ਅੰਮ੍ਰਿਤਧਾਰੀ ਉਹ 100% ਕਰਦਾ, ਆਪਾਂ ਕਿਹਨੂੰ ਤਰਜੀਹ ਦੇਵਾਂਗੇ? ਕਿਉਂਕਿ ਬੱਚਿਆਂ ਨੂੰ ਪੜ੍ਹਾਉਣ ਦਾ ਮਾਮਲਾ ਹੈ, ਬੱਚਿਆਂ ਨੂੰ ਪੜ੍ਹਾਉਣ ਦਾ ਮਾਮਲਾ, ਪੜ੍ਹਾਈ ਦਾ ਮਾਮਲਾ। ਹਾਂ, ਜਿੱਥੇ ਹੈਗਾ ਸਾਡਾ ਰਿਲੀਜੀਅਸ ਟੀਚਿੰਗ, ਉੱਥੇ ਬਿਲਕੁਲ ਅੰਮ੍ਰਿਤਧਾਰੀ ਹੋਣਗੇ, ਗੁਰਦੁਆਰੇ ਦੇ ਜਿਹੜੇ ਸੇਵਾਦਾਰ ਹੋਣਗੇ ਗ੍ਰੰਥੀ 100% ਅੰਮ੍ਰਿਤਧਾਰੀ ਹੋਣਗੇ। ਔਰ ਬੱਚਿਆਂ ਦੀਆਂ ਜਿੰਨੀਆਂ ਚੀਜ਼ਾਂ ਇਸ ਵੇਲੇ ਹੋ ਰਹੀਆਂ ਰਿਲੀਜੀਅਸ ਦੇ ਵਿੱਚ,
ਅਸੀਂ ਸਾਰੇ ਪਲਾਨ ਸਾਰਿਆਂ ਨੇ ਬੈਠ ਕੇ ਬਣਾਏ ਆ। ਉਦੋਂ 5-6 ਗੁਣਾ ਮਾਪੇ ਦੇਖਣਗੇ ਵੀ ਹਾਂ ਇਹ ਹੋਰ ਵਧੀਆ ਹੋ ਰਿਹਾ। ਜਿਹਦੇ ਵਿੱਚ ਛੋਟਾ ਹੀ ਤੁਹਾਨੂੰ ਦੱਸ ਦਿੰਦਾ ਵੀ ਗੱਤਕੇ ਦੇ ਟੀਚਰ ਵੀ ਅੰਮ੍ਰਿਤਧਾਰੀ ਹੋਣਗੇ। ਅਸੀਂ ਸੈਮੀਨਾਰ ਵੀ ਕਰਾਵਾਂਗੇ। ਜਿਹੜੀ ਅੱਜ ਕੱਲ੍ਹ ਦੀ ਜਿੱਦਾਂ ਡਰੱਗ ਦੀ ਬੜੀ ਮਾਰ ਚੱਲ ਰਹੀ ਆ ਸਾਡੀ ਕਮਿਊਨਿਟੀ 'ਚ, ਬਾਹਰ ਵੀ ਚੱਲ ਰਹੀ ਆ, ਅਸੀਂ ਉਹਦੇ ਸੈਮੀਨਾਰ ਆਰਗੇਨਾਈਜ਼ ਕਰਾਂਗੇ ਤਾਂ ਕਿ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਉਸ ਚੀਜ਼ ਦੀ ਅਵੇਅਰਨੈਸ ਹੋਵੇ ਵੀ ਇਹ ਅਸੀਂ ਦੂਰ ਰਹਿਣਾ ਇਸ ਚੀਜ਼ ਤੋਂ। ਫਿਰ ਅਸੀਂ ਬੈਂਡ ਦਾ ਵੀ ਸੋਚ ਰਹੇ ਹਾਂ ਵੀ ਜਿਹੜੀ ਬੈਂਡ ਦੀ ਇੱਕ ਟੀਮ ਆ ਸਕੂਲ ਦੀ ਆਪਣੀ ਬਣਾਈ ਜਾਵੇ। ਯੂਨੀਫਾਰਮ ਵਧੀਆ ਬੱਚੇ ਲੱਗਣ, ਨਗਰ ਕੀਰਤਨ ਕੱਢਦੇ ਆ, ਉਹਦੇ ਵਿੱਚ ਸ਼ਮੂਲੀਅਤ ਹੋਵੇ। ਹਰ ਚੀਜ਼ ਜਿਹੜੀ ਬੱਚਿਆਂ ਦੀ ਉਹ ਮੁੱਖ ਰੱਖੀ ਜਾਣੀ ਆ ਤਾਂ ਮੁੱਖ ਰੱਖੀ ਜਾਊਗੀ। ਦੇਖੋ ਤੁਸੀਂ ਵੀ ਸਾਨੂੰ ਇੰਨੇ ਚਿਰ ਤੇ ਜਾਣਦੇ ਆ, ਅਸੀਂ ਇਸ ਕਮਿਊਨਿਟੀ 'ਚ ਰਹਿੰਦੇ ਆ, ਨਾ ਤਾਂ ਅਸੀਂ ਸਿੱਖੀ ਤੋਂ ਅੱਗੇ ਕਦੀ ਭੱਜੇ ਆ ਤੇ ਨਾ ਅਸੀਂ ਭੱਜਣਾ। ਇਹ ਸਾਰਾ ਇੱਕ ਦੋ ਚੋਂ ਬੰਦਿਆਂ ਦਾ ਜਿਹੜਾ ਫਰੇਮ ਕੀਤਾ ਆ ਪ੍ਰੋਪੇਗੈਂਡਾ। ਹੁਣ ਦੂਜੇ ਪਾਸੇ ਜੇ ਆਪਾਂ ਇਹ ਲਾਉਨੇ ਆ ਪ੍ਰਿੰਸੀਪਲ ਦੀ ਇੱਕ ਇਕੱਲੇ ਦੀ ਐਡੀ ਗੱਲ ਨੂੰ ਲੈ ਕੇ ਆਪਾਂ ਐਡੀ ਗੱਲ ਨੂੰ ਇਹਨੂੰ ਹੂਗਾ ਬਣਾ ਰਹੇ ਆ। ਕੱਲ੍ਹ ਨੂੰ ਜਿਸ ਵੇਲੇ ਆਪਾਂ ਕੋਈ ਸਿੱਖ ਕਿਸੇ ਸੰਸਥਾ 'ਚ ਜਾਂਦਾ ਸੁਸਾਇਟੀ 'ਚ ਤੇ ਉਹ ਕੁਆਲੀਫਾਈ ਕਰਦਾ ਉਸ ਜੋਬ ਨੂੰ, ਤੇ ਜੇ ਉਹਨਾਂ ਨੂੰ ਨਹੀਂ ਰੱਖਦੇ ਆਪਾਂ ਨੱਠ ਕੇ ਹਿਊਮਨ ਰਾਈਟਸ ਦੇ ਜਾਂਦੇ ਆ। ਸਾਨੂੰ ਕਹਿੰਦੇ ਜੀ ਸਾਡਾ ਡਿਸਕ੍ਰਿਮੀਨੇਸ਼ਨ ਹੋ ਗਿਆ, ਅਸੀਂ ਬੜੀਆਂ ਖਬਰਾਂ ਲਵਾਉਂਦੇ, ਸਭ ਕੁਝ ਕਰਦੇ। ਤੇ ਜੇ ਇੱਕ ਸਾਡਾ ਹੀ ਸਿੱਖ ਜਿਹੜਾ ਸਿੱਖੀ ਨੂੰ ਮੰਨ ਰਿਹਾ, ਅਸੀਂ ਉਹਨੂੰ ਕਹਿੰਦੇ ਵੀ ਨਹੀਂ ਅਸੀਂ ਤੈਨੂੰ ਰੱਖਣਾ ਨਹੀਂ, ਤੂੰ ਹੁਣ ਪਤਤ ਵਾਂ। ਅੱਛਾ, ਇੱਕ ਹੋਰ ਦੱਸਿਓ ਕਿ ਇਸ ਸਕੂਲ ਦੇ ਵਿੱਚ ਜਿਹਨੂੰ ਸਿੱਖ ਅਕੈਡਮੀ ਦੇ ਨਾਂ ਨਾਲ ਜਾਣਿਆ ਜਾਂਦਾ, ਕੀ ਸਿਰਫ ਅੰਮ੍ਰਿਤਧਾਰੀ ਬੱਚੇ ਹੀ ਦਾਖਲਾ ਲੈ ਸਕਦੇ ਆ ਜਾਂ ਨੌਨ ਅੰਮ੍ਰਿਤਧਾਰੀ ਬੱਚੇ ਵੀ ਪੜ੍ਹ ਸਕਦੇ ਆ? ਵੈਰੀ ਗੁੱਡ ਕੁਐਸਚਨ ਹੈ ਤੁਹਾਡਾ। ਹੁਣ ਇਸ ਵੇਲੇ ਜਿਹੜੇ ਵਾਈਸ ਪ੍ਰਿੰਸੀਪਲ ਸਾਹਿਬ ਆ, ਹੀ ਇਜ਼ ਵੈਰੀ ਗੁੱਡ ਟੀਚਰ। ਉਹਨੂੰ ਬੜਾ ਐਜੂਕੇਟਡ, ਵੈਲ ਐਜੂਕੇਟਡ ਆ। ਉਹ ਵੀ ਨਾਨ ਅੰਮ੍ਰਿਤਧਾਰੀ ਆ, ਮਤਲਬ ਉਹਨੇ ਵਾਲ ਕੱਟੇ ਆ। ਇਹਦੇ ਵਿੱਚ ਮਿਕਸ ਟੀਚਰ ਆ, ਗੋਰੇ ਵੀ ਆ, ਚਾਈਨੀਜ਼ ਕਮਿਊਨਿਟੀ ਦੇ ਵੀ ਆ, ਸਾਊਥ ਅਫਰੀਕਨ ਕਮਿਊਨਿਟੀ ਦੇ ਵੀ ਆ। ਕੋਈ ਉਹ ਨਹੀਂ ਅੰਮ੍ਰਿਤਧਾਰੀ ਹੈ। ਜਿਹੜੀ ਟੀਚਿੰਗ ਕਲਾਸਾਂ ਆ ਉਹ ਹਾਲੇ ਸਾਨੂੰ ਜ਼ਿਆਦਾ ਨਹੀਂ, ਉਹ ਕਿਉਂਕਿ ਕਿਸੇ ਨਾਲ ਗੱਲਬਾਤ ਨਹੀਂ ਸਾਡੀ ਹੋਈ। ਉਹ ਜੋ ਮੈਨੂੰ ਡਾਇਰੈਕਟਰ ਨੇ ਦੱਸਿਆ ਵੀ ਉਹ ਟੀਚਿੰਗ ਕਲਾਸ ਜਿਹੜੀ ਉਹ ਸਾਰੀ ਰਿਲੀਜੀਅਸ ਹੀ ਹੁੰਦੀ ਆ। ਅੱਛਾ ਜੀ, ਜਿਹੜੀ ਰਿਲੀਜੀਅਸ ਟੀਚਿੰਗ ਆ, ਤੇ ਉਹ ਨਾਲ ਕੋਈ ਕੰਪਰੋਮਾਈਜ਼ ਨਹੀਂ ਸਾਡਾ। ਜਿੱਥੇ ਧਾਰਮਿਕ ਗੱਲਾਂ ਦੀ ਗੱਲ ਹੋਊਗੀ ਉੱਥੇ ਕੋਈ ਕੰਪਰੋਮਾਈਜ਼ ਨਹੀਂ, ਕਿਉਂਕਿ ਜਿੰਨੇ ਕੁ ਸਿੱਖ ਅਸੀਂ ਆ, ਮੇਰਾ ਖਿਆਲ ਉਨੇ ਕੁ ਸਾਰੇ ਹੀ ਆਪਾਂ ਰਲ ਕੇ ਸਿੱਖ ਹਾਂ। ਕੋਈ ਸਿੱਖੀ ਨੂੰ ਇਹ ਨਹੀਂ ਕਹੂਗਾ ਵੀ ਸਾਡੇ ਸਿੱਖੀ ਨੂੰ ਢਾਹ ਲੱਗ ਜੇ। ਅਸੀਂ ਤਾਂ ਵੱਧ ਤੋਂ ਵੱਧ ਜਿਹੜੀ ਉਸ ਚੀਜ਼ ਨੂੰ ਹੋਰ ਵੀ ਉੱਚੀ ਚੱਕਾਂਗੇ, ਔਰ ਆਉਣ ਵਾਲੇ 6 ਮਹੀਨਿਆਂ ਵਿੱਚ ਪੇਰੈਂਟਸ ਹੀ ਮਹਿਸੂਸ ਕਰਨਗੇ ਵੀ ਹਾਂ ਅਸੀਂ ਗਲਤ ਸੀ। ਅੱਛਾ, ਇੱਕ ਹੋਰ ਦੱਸੋ ਸੰਧੂ ਸਾਹਿਬ, ਮੈਨੂੰ ਬਹੁਤ ਸਾਰੇ ਮਾਪੇ ਵੀ ਜਾਣਨ ਦੀ ਉਤਸੁਕਤਾ ਰੱਖਦੇ ਹੋਣਗੇ। ਉਹਨਾਂ ਦੇ ਵਿੱਚੋਂ ਕਈਆਂ ਦਾ ਇਤਰਾਜ਼ ਇਹ ਵੀ ਹੈ ਕਿ ਬਹੁਤ ਸਾਰੇ ਨਵੇਂ ਜਿਹੜੇ ਮੈਂਬਰ ਭਰਤੀ ਕਰ ਲਏ ਗਏ ਨੇ। ਗੱਲ ਵਿੱਚ ਕੋਈ ਸੱਚਾਈ ਹੈ? ਦੇਖੋ, ਜਿਹੜੇ 6 ਮੈਂਬਰ ਸਾਰੇ ਆਏ ਆ, ਟੋਟਲ ਇਸ ਵੇਲੇ 18 ਮੈਂਬਰ ਆ ਜੀ, ਤੇ 18 ਚੋਂ ਇੱਕ ਮੈਂਬਰ ਵੀ ਸ਼ਾਇਦ ਨਹੀਂ ਹੋਣਾ, 17 ਕਿਹਾ ਜੀ। ਬਹੁਤ ਸਾਰੇ ਕੋਈ ਨਹੀਂ, ਸੁਸਾਇਟੀ ਆ। ਅਸੀਂ ਇਹਨੂੰ ਲਿਮਿਟ 'ਚ ਮੈਂਬਰਸ਼ਿਪ ਰੱਖਣੀ ਚਾਹੁੰਦੇ ਆ। ਅਸੀਂ ਇਹਦਾ ਕੋਈ ਖਲਾਰਾ ਨਹੀਂ ਪਾਉਣਾ ਚਾਹੁੰਦੇ ਵੀ ਉੱਥੇ ਕੋਈ ਇਲੈਕਸ਼ਨਾਂ ਹੁੰਦੀਆਂ ਫਿਰਨ ਜਾਂ ਉੱਥੇ ਕੋਈ ਰੌਲਾ ਪੈਂਦਾ ਫਿਰੇ। ਜਦੋਂ ਤੁਸੀਂ ਜ਼ਿਆਦਾ ਵੱਡੇ ਦਾਇਰੇ 'ਚ ਕੰਮ ਕਰਦੇ ਤੁਸੀਂ ਕੰਮ ਵੀ ਕੋਈ ਨਹੀਂ ਕਰ ਸਕਦੇ, ਕਿਉਂਕਿ ਤੁਹਾਡੀ ਜਿਹੜੀ ਖਿੱਚੋ ਤਾਣਿਆ ਜਿੱਦਾਂ ਇਹਨਾਂ ਨੇ ਬਣਾਈ ਆ ਉਹ ਆਪਸ ਵਿੱਚ ਬਣ ਜਾਂਦੀ ਆ। ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ, ਜਿਹੜੀ ਪੈਕ ਆ ਇਹਦਾ ਕੰਮ ਆ ਇਹਨੇ ਸਿਰਫ ਪ੍ਰਿੰਸੀਪਲ ਨਾਲ ਰੱਖਣਾ। ਇਹ ਉਹਨਾਂ ਨੂੰ ਵੀ ਪਤਾ। ਉਹ ਹਰ ਗੱਲ, ਕਦੀ ਗੁਰਦੁਆਰਿਆਂ 'ਚ ਚਿੱਠੀਆਂ ਵੰਡਦੇ ਆ, ਕਦੀ ਕਿਸੇ ਮੀਡੀਆ ਨੂੰ ਭੱਜਦੇ ਆ, ਕਦੀ ਅਕਾਲ ਤਖ਼ਤ ਸਾਹਿਬ ਨੂੰ ਜਾਂਦੇ ਆ, ਕਦੀ ਜਿਹੜੀ ਸਾਡੀ ਸੁਸਾਇਟੀ ਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕੰਪਲੇਂਟਾਂ ਜਾ ਰਹੀਆਂ, ਕਦੀ ਸਾਡੇ ਅਕਾਊਂਟੈਂਟ 'ਤੇ ਕਰ ਰਿਹਾ ਕੰਪਲੇਂਟਾਂ। ਜਿਹੜਾ ਕਿ ਕੰਮ ਇਹ ਸਾਰਾ ਇਹੀ ਖੁਦ ਹੈਂਡਲ ਕਰਦੇ ਆ, ਡਾਇਰੈਕਟਰਾਂ ਨੂੰ ਨਹੀਂ ਦੇ ਰਿਹਾ। ਉਹਦੇ ਵਿੱਚ ਫਿਰ ਵੀ ਅਸੀਂ ਇਹਨਾਂ ਨੂੰ ਇੱਕ ਵਧੀਆ ਇਮਾਨਦਾਰੀ ਦਾ, ਜਿਹੜਾ ਹਰਪਾਲ ਸਿੰਘ ਆ ਇਹਨੂੰ ਕਿਹਾ, ਜਿਹੜੀ ਅਮਨ ਢੀਂਸਾ ਆ ਉਹਨੇ ਕਿਹਾ ਵੀ ਇਹ ਮੈਂ ਈਮੇਲ ਅਸੀਂ ਕਿਹਾ ਵੀ ਤੂੰ ਫੇਵਰ ਲਿਖ ਦੇ, ਕੋਈ ਨਹੀਂ ਬੈਠਣਾ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨੇ ਲਿਖਿਆ ਵੀ ਤੁਸੀਂ 3 ਜਣੇ ਜਿਹੜੇ ਗੁਰਦੁਆਰੇ ਚਿੱਠੀਆਂ ਦਿੰਦੇ ਆ, ਤੁਸੀਂ 3 ਮੈਂਬਰ ਆ ਜਾਓ, ਅਸੀਂ ਡਾਇਰੈਕਟਰ ਆ ਜਾਂਦੇ, ਅਸੀਂ 2-3 ਨਵੇਂ ਮੈਂਬਰ ਸਾਡੇ ਨਾਲ ਆਉਂਦੇ ਆ। ਗੁਰਦੁਆਰਾ ਸਾਹਿਬ ਦੀ ਸਾਹਮਣੇ ਬਿਲਡਿੰਗ ਦੇ ਵਿੱਚ ਆਪਾਂ ਲੋਕ ਮਤਲਬ ਡਿਸਟੈਂਸ ਰੱਖ ਕੇ, ਕੋਵਿਡ ਦਾ ਕਰਕੇ, ਮਾਸਕ ਪਾ ਕੇ ਆਇਓ, ਵੀ ਆਪਾਂ ਤੁਹਾਡੇ ਨਾਲ ਮੀਟਿੰਗ ਕਰਨ ਨੂੰ ਤਿਆਰ ਆ। ਇਹਦੀ ਵਾਪਸ ਈਮੇਲ ਆਉਂਦੀ ਆ, ਕਹਿੰਦਾ ਨਹੀਂ 5 ਤੁਸੀਂ ਆਓ, 5 ਅਸੀਂ ਆਵਾਂਗੇ। ਅੱਛਾ, ਹੁਣ ਤੁਸੀਂ ਦੱਸੋ, ਇੱਕ ਪੈਕ ਦਾ ਮੈਂਬਰ ਉਹ ਤੁਹਾਡੀ ਬੋਰਡ ਨੂੰ ਵੀ ਮਤਲਬ ਡਿਕਟੇਟ ਕਰ ਰਿਹਾ ਵੀ ਜੋ ਮੈਂ ਕਹਿੰਦਾ ਉਹ ਕਰੋ। ਫਿਰ ਕਦੀ ਸਾਨੂੰ ਈਮੇਲਾਂ ਲਿਖਦਾ ਕਿ ਤੁਸੀਂ 13 ਜਣੇ ਮਾਫੀਆਂ ਮੰਗ ਲਓ, ਆ ਫਿਰ 5 ਤਰੀਕ ਨੂੰ 13 ਜਣੇ ਛੱਡ ਜਾਓ, ਸਾਨੂੰ ਅਸੀਂ ਆਪੇ ਚੁਣਾਂਗੇ। ਇਹਦੇ ਕੋਲ ਦੱਸੋ ਕੀ ਅਥਾਰਟੀ ਆ? ਫਿਰ ਸਾਨੂੰ ਇਹ ਪੁੱਛਦਾ ਵੀ ਤੁਹਾਡੀ ਦੇਣ ਕੀ ਆ? ਇਹਨੂੰ ਪੁੱਛਿਆ ਸਕੂਲ ਤਾਂ ਅਸੀਂ ਬਣਾਇਆ ਡੇ 1 ਤੋਂ, ਇਹ ਸਾਡੀ ਦੇਣ ਪੁੱਛ ਰਿਹਾ, ਆਪਦੀ ਦੇਣ ਲਿਖਾ ਦੇਵੇ। ਆਪਦੀ ਤਾਂ ਇਹਦੀ ਐਲਐਮਓ ਵੀ ਉੱਥੋਂ ਲਈ ਆ ਵਾਈਫ ਦੀ। ਅੱਛਾ, ਇਹਦੀ ਐਲਐਮਓ ਉੱਥੋਂ ਲਈ ਆ ਵਾਈਫ ਦੀ, ਉੱਥੇ ਵਾਈਫ ਦੀ ਟੀਚਰ ਆ, ਜਿਹੜਾ ਕਿ ਕੌਨਫਲਿਕਟ ਆਫ ਇੰਟਰਸਟ ਆ। ਜਿਹਦੀ ਵਾਈਫ ਉੱਥੇ ਵਿੱਚ ਆ ਉਹਦਾ ਪੈਕ ਦਾ ਮੈਂਬਰ ਵੈਸੇ ਨਹੀਂ ਬਣ ਸਕਦਾ। ਪਰ ਇਹ ਸੁਸਾਇਟੀ ਨੇ ਪਹਿਲਾਂ ਕਿਉਂ ਨਹੀਂ ਦੇਖਿਆ ਜੀ? ਮੈਂ ਇਹੀ ਤਾਂ ਕਹਿ ਰਿਹਾ ਜੀ। ਹੁਣ ਜਿਹੜੀਆਂ ਕਈ ਵਾਰੀ ਚੀਜ਼ਾਂ ਕਈ ਹੈਗੀਆਂ, ਹੁਣ ਜੇ ਇਹ ਗੱਲ ਕਹਿੰਦੇ ਆ ਤੇ ਸੁਸਾਇਟੀ ਨੇ ਪਹਿਲਾਂ ਕਿਉਂ ਨਹੀਂ ਦੇਖਿਆ? ਤੇ ਜਿਹੜੇ ਅੱਜ ਇਹ ਰੌਲਾ ਪਾਉਂਦੇ ਆ, ਪਹਿਲੇ ਜਿਹੜੇ ਡਾਇਰੈਕਟਰ ਸੀਗੇ ਉਹ 4 ਨਾਮ ਅੰਮ੍ਰਿਤਧਾਰੀ ਸੀ, ਉਹਦੇ ਨੇ ਕਿਉਂ ਨਹੀਂ ਦੇਖਿਆ?
ਉਹਦਣ ਵਿੱਚ ਅੱਜ ਪ੍ਰਿੰਸੀਪਲ ਵੀ ਸੀ, ਸਾਰੇ ਹੀ ਆ। ਉਹਦਣ ਇਹਨੂੰ ਕਿਉਂ ਨਹੀਂ ਦੱਸੇ? ਅੱਜ ਹੀ ਸਾਰੀ ਸਿੱਖੀ ਕਿਉਂ ਦੱਸਣ ਲੱਗ ਪਈ? ਅਸੀਂ ਕੋਈ ਕਿਸੇ ਦੇ ਸਿੱਖੀ ਦੇ ਅਗੇਂਸਟ ਥੋੜ੍ਹਾ ਆ। ਅਸੀਂ ਤਾਂ ਇਹ ਕਹਿੰਦੇ ਵੀ ਕੁਝ ਪ੍ਰਿੰਸੀਪਲ ਜਿਹੜੇ ਹੁੰਦੇ ਆ, ਤੁਹਾਨੂੰ ਹਰ ਸਕੂਲ ਦੇ ਸੁਸਾਇਟੀ ਦੇ ਆਪਣੇ ਲਾਅ ਐਂਡ ਆਰਡਰ ਪ੍ਰਿੰਸੀਪਲ ਹਰ ਇੱਕ ਚੀਜ਼ ਦੇ ਰੱਖਣੇ ਪੈਂਦੇ ਆ, ਔਰ ਅਸੀਂ ਰੱਖ ਰਹੇ ਹਾਂ। ਅੱਛਾ, ਹੁਣ ਸੰਧੂ ਸਾਹਿਬ ਤੁਸੀਂ ਦੱਸਿਆ ਕਿ ਤੁਸੀਂ ਈਮੇਲ 'ਚ ਜਵਾਬ ਦਿੱਤਾ ਕਿ ਅਸੀਂ ਗੱਲਬਾਤ ਕਰ ਸਕਦੇ ਹਾਂ, ਗੁਰਦੁਆਰਾ ਸਾਹਿਬ ਆਓ ਤੇ 3 ਬੰਦੇ ਆਓ ਤੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ। ਪਰ ਉਹ ਦਰਸ਼ਕ ਵੀ ਵੇਖ ਰਹੇ ਹੋਣਗੇ, ਉਹਨਾਂ ਦੀ ਗੱਲ ਵੀ ਨਾਲ ਸੁਣ ਰਹੇ ਨੇ। ਉਹ ਕਹਿੰਦੇ ਕਿ ਅਸੀਂ ਈਮੇਲਸ ਕਰ ਰਹੇ ਹਾਂ, ਸਾਨੂੰ ਕੋਈ ਰਿਪਲਾਈ ਨਹੀਂ ਆ ਰਿਹਾ, ਸਾਨੂੰ ਕੋਈ ਮਿਲਣ ਦਾ ਸਮਾਂ ਨਹੀਂ। ਤੇ 5 ਮਾਰਚ ਦਾ ਦਿਨ ਉਹਨਾਂ ਨੇ ਨਿਰਧਾਰਿਤ ਕੀਤਾ ਹੋਇਆ ਤੇ ਜੇਕਰ ਸਾਡੀ ਗੱਲ ਨਾ ਮੰਨੀ ਗਈ, ਸ੍ਰੀ ਅਕਾਲ ਤਖਤ ਵੀ ਜਾਵਾਂਗੇ ਅਤੇ 6 ਭਾਵ ਅਗਲੇ ਆਉਣ ਵਾਲੇ ਸੋਮਵਾਰ ਤੋਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਨਹੀਂ ਭੇਜਾਂਗੇ। ਕੀ ਕਹਿਣਾ ਚਾਹੁੰਦੇ ਹੋ? ਚਲੋ ਉਹ ਦੇਖੋ, ਉਹ ਹਰ ਇੱਕ ਪੇਰੈਂਟਸ ਦੀ ਆਪਣੀ ਮਰਜ਼ੀ ਆ। ਅਸੀਂ ਇਹਨਾਂ ਨੂੰ ਇੱਕ ਵੈਰੀ ਕਲੀਅਰੈਂਸ ਈਮੇਲ ਕੀਤੀ ਆ, ਅੱਜ ਵੀ ਕੀਤੀ, ਮੇਰੇ ਕੋਲ ਮੈਂ ਤੁਹਾਨੂੰ ਕਾਪੀ ਦਿਖਾ ਸਕਦਾ ਜੀ ਵੀ 14 ਤਰੀਕ ਨੂੰ ਨਵਾਂ ਬੋਰਡ ਚੋਣ ਹੋ ਰਿਹਾ। ਜਿਹੜਾ ਪਿਛਲਾ ਬੋਰਡ ਸੀ ਉਹ 26 ਤਰੀਕ ਨੂੰ ਉਹਨਾਂ ਦੀ ਡੇਟ ਜਿਹੜੀ ਐਕਸਪਾਇਰ ਹੋ ਗਈ। ਵੀ ਨਵਾਂ ਬੋਰਡ ਜਿਹੜਾ ਤੁਹਾਡੇ ਨਾਲ ਬੈਠੂਗਾ, ਇੱਕ ਚੀਜ਼ ਦੀ ਸਾਡੀ ਅਸੀਂ ਕੰਡੀਸ਼ਨ ਰੱਖਣੀ ਆ, ਹਰਪਾਲ ਸਿੰਘ ਤੋਂ ਬਿਨਾਂ, ਕਿਉਂਕਿ ਹਰਪਾਲ ਸਿੰਘ ਨਾਲ ਸਾਡਾ ਹੁਣ ਲੀਗਲ ਮੈਟਰ ਤੁਰ ਪਿਆ, ਕਿਉਂਕਿ ਇਹਨੇ ਕਾਫੀ ਚੀਜ਼ਾਂ ਜਿਹੜੀਆਂ ਅਨਲੀਗਲ ਕਰਕੇ ਸਾਨੂੰ ਥ੍ਰੈਟਿੰਗ ਜਾਂ ਹੋਰ ਚੀਜ਼ਾਂ ਦਿੱਤੀਆਂ। ਬਾਕੀ ਪੇਰੈਂਟਸ ਜਿਹੜੇ ਆ 16 ਤਰੀਕ ਨੂੰ ਸਾਨੂੰ ਭਾਵੇਂ 50 ਪੇਰੈਂਟਸ ਕਹਿੰਦੇ ਆਉਣਾ, ਅਸੀਂ ਆਉਣ, ਅਸੀਂ ਕੱਲੀ ਚੀਜ਼ ਦਾ ਜਵਾਬ ਦੇਵਾਂਗੇ, ਕੱਲੀ ਚੀਜ਼ ਦੇ ਉਹਨਾਂ ਦੇ ਗੋ ਥਰੂ ਹੋਵਾਂਗੇ। ਜਿਹੜੀ ਚੀਜ਼ ਵੀ ਉਹ ਕਹਿਣਗੇ ਇੱਥੇ ਲਾਗੂ ਵਧੀਆ ਕਰੋ, ਅਸੀਂ ਲਾਗੂ ਕਰਾਂਗੇ। ਜਿਹੜੀ ਚੀਜ਼ ਕੋਈ ਕਮੀ ਲੱਗਦੀ ਉਹਨਾਂ ਨੂੰ ਉਸੇ ਵੇਲੇ ਅਸੀਂ ਕਮਿਟਮੈਂਟ ਕਰਕੇ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪੂਰੀ। ਦੇਖੋ, ਸਾਨੂੰ ਗਰਾਊਂਡ ਦੀ ਕੰਪਲੇਂਟ ਆਈ, ਅਸੀਂ ਆਲਰੇਡੀ ਕੰਮ ਕਰਨਾ ਸ਼ੁਰੂ ਕਰਤਾ ਫਿਸ਼ਰੀ ਨਾਲ ਜੀ। ਬਈ ਫਿਸ਼ਰੀ ਸਾਨੂੰ ਕਹਿੰਦੀ ਸੀ 50 ਫੁੱਟ ਅਸੀਂ ਜਗ੍ਹਾ ਹੋਰ ਦੇ ਦਿਆਂਗੇ, ਅਸੀਂ ਵਧੀਆ ਟਰਫ ਦੀ ਗਰਾਊਂਡ ਇੱਕ ਬੱਚਿਆਂ ਵਾਸਤੇ ਬਣਾ ਦੇਣੀ ਜੀ। ਵਧੀਆ ਕੀਰਤਨ ਸਿੱਖਣ ਵਾਸਤੇ ਅਸੀਂ ਟੀਚਰ ਲਿਆ ਰਹੇ ਹਾਂ ਜੀ। ਹੋਰ ਵੀ ਜੇ ਮੈਂ ਇਹ ਨਹੀਂ ਕਹਿੰਦਾ ਵੀ ਅੱਗੇ ਕੋਈ ਕੰਮ ਉੱਥੇ ਮਾੜਾ ਹੋ ਰਿਹਾ, ਜਾਂ ਤਾਂ ਹੋਰ ਬਿਹਤਰੀ ਵਾਸਤੇ ਕੰਮ ਹੋ ਰਿਹਾ, ਹੋਰ ਬਿਹਤਰੀ ਲਈ ਕਰਾਂਗੇ। ਜਾਂ ਤਾਂ ਸਾਨੂੰ ਇਹ ਕੰਪਲੇਂਟ ਕਰਨ ਵੀ ਇੱਥੇ ਪੜ੍ਹਾਈ ਨਹੀਂ ਠੀਕ ਹੋ ਰਹੀ। ਦੂਜੀ ਗੱਲ, ਜਾਂ ਤਾਂ ਇਹ ਪ੍ਰਿੰਸੀਪਲ ਨੂੰ ਇਹ ਜਿੰਨੇ ਵੀ ਟੀਚਰ ਕੰਪਲੇਂਟ ਕਰਦੇ ਉਹ ਕੰਪਲੇਂਟ ਕਰਨ ਵੀ ਇੱਥੇ ਪੜ੍ਹਾਈ ਨਹੀਂ ਠੀਕ ਹੋ ਰਹੀ, ਫਿਰ ਤਾਂ ਉਹਨਾਂ ਦਾ ਰਾਈਟ ਬਣਦਾ ਅਸੀਂ ਉਸੇ ਵੇਲੇ ਐਕਟ ਕਰੀਏ। ਜੇ ਹੁਣ ਇਹੀ ਆ ਵੀ ਸਾਨੂੰ ਜਿੰਨੀਆਂ ਈਮੇਲਾਂ ਆਈਆਂ ਵੀ ਸਾਨੂੰ ਮੈਂਬਰਸ਼ਿਪ ਫਾਰਮ ਦਿਓ, ਹੁਣ ਤੁਸੀਂ ਦੱਸੋ ਮੈਂਬਰਸ਼ਿਪ ਫਾਰਮ ਜਿਹੜੇ ਅਸੀਂ ਨਹੀਂ ਦੇ ਸਕਦੇ, ਕਿਉਂਕਿ ਅਸੀਂ ਇਸ ਚੀਜ਼ ਨੂੰ ਹੁਣ ਅੱਜ ਇੱਕ ਤੁਸੀਂ ਦੇਖੋ, ਅੱਜ ਉੱਥੇ 20 ਬੱਚੇ ਜਾਂ 50 ਬੱਚੇ ਜਾਂ 500 ਬੱਚਾ ਪੜ੍ਹਦਾ, 500 ਬੱਚੇ ਦੇ ਵਿੱਚੋਂ ਨੈਕਸਟ ਈਅਰ ਜਿਹੜੇ ਮਾਪੇ ਆ 100 ਬੱਚਾ ਉੱਥੇ ਨਹੀਂ ਆਉਂਦਾ ਤੇ ਉਹ ਕਿਤੇ ਉਹਨਾਂ ਦੇ ਹੋਰ ਥਾਂ ਮੂਵ ਹੋ ਗਿਆ ਜਾਂ ਕੋਈ ਰੀਜ਼ਨ ਹੋ ਗਿਆ ਤਾਂ ਚਲੇਗਾ। ਹੁਣ 100 ਬੰਦਾ ਮੈਂਬਰ ਰਹਿ ਗਿਆ, 100 ਅਸੀਂ ਨਵਾਂ ਹੋਰ ਪਾਇਆ, 100 ਹੋਰ ਮੈਂਬਰ ਆ ਗਿਆ, ਫਿਰ ਤਾਂ ਮਤਲਬ ਇੱਥੇ 5-10,000 20,000 ਮੈਂਬਰਸ਼ਿਪ ਹੋ ਜੂਗੀ। 2-4 ਮਿਲੀਅਨ ਹਰ ਸਾਲ ਫਿਰ ਆਪਾਂ ਇਲੈਕਸ਼ਨਾਂ 'ਤੇ ਲਾਇਆ ਕਰਾਂਗੇ ਤੇ ਇਹ ਸੁਸਾਇਟੀ ਗੁਰਦੁਆਰੇ ਦੀ ਆ, ਸਕੂਲ ਗੁਰਦੁਆਰੇ ਦਾ, ਤੇ ਫਿਰ ਅਸੀਂ ਉਹ ਮੈਂਬਰਾਂ ਦੇ ਹੱਥ 'ਚ ਫੜਾ ਕੇ ਕਹਾਂਗੇ ਵੀ ਹੁਣ ਤੁਸੀਂ ਇਹਨੂੰ ਰਨ ਕਰਿਓ, ਇੱਥੇ ਲੜਾਈਆਂ ਪਾਈ ਜਾਓ। ਸੋ ਇਸ ਕਰਕੇ ਤੁਸੀਂ ਕੋਈ ਸਕੂਲ ਦੇਖ ਲਓ, ਬਾਕੀ ਪ੍ਰਾਈਵੇਟ, ਹੁਣ ਮਲਕ ਸਾਹਿਬ ਦੇ ਸਕੂਲ ਆ, ਕੋਈ ਦੱਸੋ ਕੋਈ ਉੱਥੇ ਮੈਂਬਰਸ਼ਿਪ ਕਿਸੇ ਨੂੰ ਮਿਲਦੀ? ਦੂਜੇ ਪ੍ਰਾਈਵੇਟ ਸਕੂਲ ਆ, ਦੱਸੋ ਕਿਸੇ ਦੇ ਮੈਂਬਰਸ਼ਿਪ ਮਿਲਦੀ? ਜੇ ਤਾਂ ਮਿਲਦੀ ਆ ਸਾਨੂੰ ਦੱਸੋ। ਅੱਛਾ, ਅਖੀਰ ਦੇ ਵਿੱਚ ਜਿਹੜੇ ਦਰਸ਼ਕ ਵੇਖ ਰਹੇ ਨੇ, ਉਹ ਮਾਪੇ ਵੀ ਦੇਖ ਰਹੇ ਹੋਣਗੇ ਜਿਨ੍ਹਾਂ ਦੇ ਬੱਚੇ ਇਸ ਵਕਤ ਸਿੱਖ ਅਕੈਡਮੀ 'ਚ ਪੜ੍ਹਦੇ ਆ, ਜਿਨ੍ਹਾਂ ਦੇ ਹੋ ਸਕਦਾ ਵਿੱਚੋਂ ਬਹੁਤ ਸਾਰਿਆਂ ਦੇ ਇਤਰਾਜ਼ ਵੀ ਹੋਣਗੇ। ਅਖੀਰ 'ਚ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਤੁਸੀਂ ਕਿਸੇ ਦੀ ਗੱਲ ਜਾਣ ਕੇ ਗੁੰਮਰਾਹ ਨਾ ਹੋਵੋ। ਆਪਾਂ ਨੂੰ ਸਾਰਿਆਂ ਨੇ ਪ੍ਰਮਾਤਮਾ ਨੇ ਆਪੋ ਆਪਣੀ ਸੋਚ ਦਿੱਤੀ ਆ। ਤੁਸੀਂ ਜੇ ਤਾਂ ਕੋਈ ਹੁਣ ਤਾਈਂ ਚੇਂਜ ਹੋਈ ਆ ਉੱਥੇ ਵਿੱਚ, ਫਿਰ ਤਾਂ ਅਸੀਂ ਮੰਨ ਸਕਦੇ ਹਾਂ ਵੀ ਇਹ ਤਾਂ ਰਾਈਟ ਵਿੱਚ ਚੇਂਜ ਹੋ ਗਈ ਕੋਈ। ਜਿਹੜੇ ਅਮੈਂਡਮੈਂਟ ਸੀਗੇ ਉਹ ਵੀ ਅਮੈਂਡਮੈਂਟ 14 ਤਰੀਕ ਨੂੰ ਜਿਹੜੀਆਂ ਚੀਜ਼ਾਂ ਆ ਅਕਾਲ ਤਖਤ ਸਾਹਿਬ ਦੀ ਜਿੱਦਾਂ ਰਹਿਤ ਮਰਿਆਦਾ ਤੁਹਾਨੂੰ ਦੱਸਿਆ ਉਹਦੇ ਮੁਤਾਬਕ ਸਭ ਕੁਝ ਚੇਂਜ ਹੋ ਰਿਹਾ ਜੀ। ਜਿਹੜੀ ਚੀਜ਼ ਆ ਸੀ ਜਦੋਂ ਹੁਣ 14 ਤਰੀਕ ਨੂੰ ਨਵੇਂ ਡਾਇਰੈਕਟਰ ਆਉਂਦੇ ਆ, ਇੱਕ ਦਾ ਦਿਨ ਉਹਨਾਂ ਨੂੰ ਲੱਗੂਗਾ ਉਹਨਾਂ ਨੂੰ ਗੱਲਬਾਤ ਪੁੱਛਣ ਦਾ, ਹੈ ਨਾ। ਉਦੋਂ ਬਾਅਦ 2-4 ਦਿਨ, 1 ਦਿਨ, 2 ਦਿਨ, ਜਿੱਦਣ ਵੀ ਮਰਜੀ ਜਿੰਨੇ ਪੇਰੈਂਟਸ ਬਹਿਣਾ ਚਾਹੁੰਦੇ ਆ ਬੈਠਣ, ਜੀ ਸੱਦ ਕੇ ਬੈਠਣ, ਉਹ ਪ੍ਰਿੰਸੀਪਲ ਨੂੰ ਲਿਖ ਦੇਣ ਵੀ ਆਹ ਸਾਡੀਆਂ ਗੱਲਾਂ ਆ, ਅਸੀਂ ਬਹਿਣਾ ਚਾਹੁੰਦੇ। ਪ੍ਰਿੰਸੀਪਲ ਬੋਰਡ ਨੂੰ ਫਾਰਵਰਡ ਕਰ ਦੇਵੇ, ਅਸੀਂ ਜਿੱਥੇ ਕਹਿਣਗੇ ਮੀਟਿੰਗ ਸੈੱਟ ਕਰ ਦਿੰਦੇ। ਸਕੂਲ 'ਚ ਕਹਿਣਗੇ ਸਕੂਲ 'ਚ ਕਰ ਦਿਆਂਗੇ, ਸਾਹਮਣੇ ਬਿਲਡਿੰਗ ਸਾਡੇ ਕੋਲ ਗੁਰਦੁਆਰਾ ਸਾਹਿਬ ਦੀ ਹੈਗੀ ਉੱਥੇ ਕਰਨੀ ਉੱਥੇ ਅਸੀਂ ਸੈੱਟ ਕਰ ਦਿਆਂਗੇ, ਕਿਉਂਕਿ ਸਾਨੂੰ ਲੋਕਲ ਡਿਸਟੈਂਸ ਵੀ ਰੱਖਣੀ ਪੈਣੀ ਆ। ਪਰ ਜਿਹੜਾ ਮਰਿਆਦਾ ਦਾ ਇਸ਼ੂ ਬਣਾ ਕੇ ਦੱਸਿਆ ਜਾ ਰਿਹਾ ਹੈ ਕਿ ਸਿੱਖ ਰਹਿਤ ਮਰਿਆਦਾ ਨੂੰ ਛਿੱਕੇ ਟੰਗ ਦਿੱਤਾ ਗਿਆ, ਉਸ ਤਰ੍ਹਾਂ ਦੀ ਕੋਈ ਗੱਲ ਨਹੀਂ। ਇਹ ਤੁਹਾਨੂੰ ਹੁਣ ਮੈਂ ਕਾਪੀ ਦੇ ਦਿੱਤੀ, ਤੁਸੀਂ ਪੜ੍ਹ ਹੀ ਲੈਣੀ ਆ। ਇਹਦੇ 'ਚ ਜੋ ਰਹਿਤ ਮਰਿਆਦਾ ਕੰਪਿਊਟਰ 'ਤੇ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਉਹ ਹੂਬ ਅਸੀਂ ਉੱਤੇ ਸੇਮ ਉੱਤੇ ਕੀਤੀ ਵੀ ਜੋ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਅਨੁਸਾਰ ਉਹੀ ਹੋਊਗੀ। ਅਸੀਂ ਜਿਹੜੀ ਇਹ ਛਿੱਕੇ ਕਹਿੰਦੇ ਟੱਕ ਦਿੱਤੀ ਆ, ਜਿਹੜੇ ਹੁਣ ਰੌਲਾ ਪਾਉਂਦੇ ਆ, ਤੁਸੀਂ ਉਹ 'ਚ ਮੇਰਾ ਖਿਆਲ ਨਹੀਂ ਵੀ ਕੋਈ ਪੇਰੈਂਟ ਜਿਹੜੇ ਉਹ ਬਹੁਤੇ ਇਸ ਗੱਲ 'ਤੇ ਕੋਈ ਕਰਦੇ ਹੋਣੇ ਅੜੀ। ਉਹ ਸਿਰਫ ਕੀ ਆ, ਜਦੋਂ ਕੰਨਾਂ ਤੁਸੀਂ ਰੋਜ਼ ਜਾ ਅਗਲੇ ਨੂੰ ਗਲਤ ਪ੍ਰਚਾਰ ਕਰੀ ਜਾਣਾ, ਉੱਥੇ ਇਹ ਆ ਵੀ ਇਹਨਾਂ ਭੇਜਦਾ ਚੱਕ ਕੇ ਅਸੀਂ ਰੌਲਾ ਪਵਾ ਲਈਏ, ਸਕੂਲ ਨੂੰ ਅਸੀਂ ਡੈਮੇਜ ਕਰ ਜਾਈਏ, ਇਹ ਆ ਜਾਣਗੇ ਮੰਨ ਕੇ ਤੇ ਅਸੀਂ ਕਹਾਂਗੇ ਹੁਣ ਮੈਂਬਰਸ਼ਿਪ ਸਾਨੂੰ ਫੜਾ ਦਿਓ, ਹੈ ਨਾ। ਇੱਕ ਬੰਦਾ ਤੁਸੀਂ ਇਹ ਦੇਖੋ, ਸਕੂਲ ਉਹਦੇ ਲਈ ਕਿੱਡਾ ਪਰਉਪਕਾਰ ਕਰ ਰਿਹਾ, ਉਹਨੂੰ LMO ਦੇ ਰਿਹਾ ਇੱਥੇ ਸੈਟਲ ਹੋਣ ਵਾਸਤੇ, ਉਹਦੀ ਵਾਈਫ ਨੂੰ ਟੀਚਰ ਰੱਖ ਰਿਹਾ, ਔਰ ਉਹ ਬੰਦਾ ਤੁਸੀਂ ਹੁਣ ਹੈ ਤਾਂ ਕਹਿੰਦਾ ਮੈਂ ਸਿੱਖ ਹਾਂ ਵੱਡਾ
ਮਤਲਬ ਕੱਟੜ ਸਿੱਖ, ਔਰ ਉਹ ਬੰਦਾ ਇਸ ਵੇਲੇ ਸਕੂਲ ਨੂੰ ਡੈਮੇਜ ਕਰ ਰਿਹਾ। ਕਿ ਜਿਹੜਾ ਸਿੱਖ ਸਕੂਲ ਨੂੰ ਡੈਮੇਜ ਕਰ ਰਿਹਾ, ਕਿ ਤੁਸੀਂ ਉਹਨੂੰ ਬਹੁਤ ਚੰਗੀ ਗੱਲ 'ਚ ਗਿਣੋਗੇ ਵੀ ਇਹ ਸਿੱਖ ਬੜਾ ਵਧੀਆ ਕੰਮ ਕਰ ਰਿਹਾ ਕੌਮ ਲਈ? ਜੇ ਕੋਈ ਗੱਲ ਸੀ ਉਹ ਪ੍ਰਿੰਸੀਪਲ ਨੂੰ ਲਿਖ ਕੇ ਦਿੰਦੇ। ਜੇ ਤਾਂ ਪ੍ਰਿੰਸੀਪਲ ਦੀ ਲਿਖਿਆ ਆਉਂਦਾ ਵੀ ਆਹ ਚੀਜ਼ਾਂ ਸਾਡੇ ਇੱਥੇ ਡਿਮਾਂਡ ਆ, ਸ਼ੋਰ ਮੈਂ ਕਹਿੰਦਾ ਉਹਨੂੰ ਦੇਖਣਾ ਚਾਹੀਦਾ। ਇਹ ਥੋੜੀ ਕਿ ਇੱਕ ਪੈਕ ਉੱਠ ਕੇ ਤੁਸੀਂ ਬੋਰਡ ਨੂੰ ਜਾ ਕੇ ਕਹੋ ਵੀ ਅਸੀਂ ਐਂ ਕਰਾਂਗੇ, ਅਕਾਲ ਤਖਤ ਸਾਹਿਬ ਵੀ ਇੱਥੇ ਹੀ ਆ, ਫਿਰ ਕੀ ਅਸੀਂ ਅਕਾਲ ਤਖਤ ਸਾਹਿਬ ਤੋਂ ਕਿਹੜੇ ਮਨ ਕਰ ਜਿਹੜੀਆਂ ਡਿਮਾਂਡਸ ਉਹ ਕਰ ਰਹੇ ਨੇ ਜਾਂ ਹੁਣ ਮੰਗਾਂ ਮੰਗ ਰਹੇ ਨੇ, ਕੀ ਉਹਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਦਿੱਤੀਆਂ? ਕਿ ਪ੍ਰਿੰਸੀਪਲ ਸਾਹਿਬ ਨੇ ਤੁਹਾਡੇ ਨਾਲ ਇਸ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ? ਕੋਈ ਗੱਲ ਹੀ ਨਹੀਂ ਕੀਤੀ ਨਾ, ਚੈਨਲ ਤਾਂ ਆਇਆ ਹੀ ਨਹੀਂ ਕੋਈ। ਇਹ ਸਿੱਧੀਆਂ ਸਾਨੂੰ ਈਮੇਲਾਂ ਕਰ ਰਿਹਾ, ਸਾਰੀਆਂ ਈਮੇਲਾਂ ਇਹਦੀ ਵੱਲੋਂ ਆ ਰਹੀਆਂ, ਪ੍ਰਿੰਸੀਪਲ ਵੱਲੋਂ ਨਹੀਂ ਕੋਈ ਵੀ ਆਈ ਇੱਦਾਂ ਦੀ ਡਿਮਾਂਡ। ਪ੍ਰਿੰਸੀਪਲ ਨੂੰ ਗੱਲ ਕਿਸੇ ਨੇ ਪੁੱਛੀ ਵੀ ਤੁਸੀਂ ਇਨਵੋਲਵ ਹੋ, ਉਹ ਕਹਿੰਦਾ ਜੀ ਇਹ ਪੇਰੈਂਟਸ ਦੀ ਤੇ ਡਾਇਰੈਕਟਰਾਂ ਦੀ ਸਿੱਧੀ ਗੱਲ ਆ, ਜਿਹੜੀ ਕਿ ਬਿਲਕੁਲ ਇਹ ਰੋਂਗ ਗੱਲ ਆ। ਕੱਲ ਨੂੰ ਹੁਣ ਦੇਖੋ, ਪ੍ਰਿੰਸੀਪਲ ਇੱਕ ਰਿਸਪੌਂਸੀਬਲ ਬੰਦਾ ਹੁੰਦਾ। ਕੱਲ ਨੂੰ ਕੋਈ ਪੇਰੈਂਟ ਸਾਡੇ ਕੋਲ ਸਿੱਧਾ ਆਉਂਦੇ ਆ, ਸਾਡੇ ਜੀ ਪ੍ਰਿੰਸੀਪਲ ਇਦਾਂ ਕਰਦਾ, ਅਸੀਂ ਜਾ ਕੇ ਪ੍ਰਿੰਸੀਪਲ ਨੂੰ ਕਹੀਏ ਪਾਸੇ ਰੱਖ ਦਈਏ, ਅਸੀਂ ਜਾ ਕੇ ਸਿੱਧੀ ਡੀਲ ਕਰਨ ਲੱਗ ਪਈਏ, ਨਹੀਂ ਚੰਗੀ ਗੱਲ। ਤੇ ਉਹ ਫਿਰ ਪ੍ਰਿੰਸੀਪਲ ਲਈ ਕੀ ਵਧੀਆ ਚੀਜ਼ ਹੋ? ਜਿਹੜੇ ਚੈਨਲ ਤਾਂ ਆਪਾਂ ਬਣਾਏ ਹੀ ਆ ਨਾ, ਕੋਈ ਆਪਾਂ ਉਹਦੇ ਰੂਲ ਐਂਡ ਰੈਗੂਲੇਸ਼ਨ ਤਾਂ ਰੱਖਣੇ ਹੀ ਆ ਨਾ ਸੋਸਾਇਟੀ ਦੇ। ਇਹ ਕੋਈ ਇਦਾਂ ਤਾਂ ਹੈ ਨਹੀਂ ਵੀ ਉੱਥੋਂ ਵੀ ਫੜ ਲਿਆਂਦਾ ਇੱਥੋਂ ਵੀ ਫੜ ਲਿਆਂਦਾ। ਐਜੂਕੇਸ਼ਨ ਦਾ ਮਸਲਾ ਆ, ਬੱਚਿਆਂ ਦੀ ਜ਼ਿੰਦਗੀ ਦਾ ਮਸਲਾ ਆ। ਤੁਸੀਂ ਹਰ ਇੱਕ ਚੀਜ਼ ਨੂੰ ਚੈਨਲ ਨਾਲ ਚੱਲੋਗੇ, ਚੈਨਲ ਨਾਲ ਹੀ ਉਹਦਾ ਹੱਲ ਕੀਤਾ ਜਾਊਗਾ। ਜੇ ਤੁਸੀਂ ਕਿਸੇ ਨੂੰ ਬਾਈ ਪ੍ਰੈਸ਼ਰ ਕੋਈ ਟਰਾਈ ਕਰੋਗੇ ਜਾਂ ਕੋਈ ਇੱਧਰੋਂ ਉੱਧਰੋਂ ਕੰਦੀ ਕਰੋਗੇ, ਫਿਰ ਕੋਈ ਐਡੀ ਗੱਲ ਤਾਂ ਹੈ ਨਹੀਂ, ਆਪਾਂ ਸਾਰੇ ਸਿੱਖਿਆ ਹੈ ਨਾ। ਉਸ ਕਰਕੇ ਜਿਹੜਾ ਚੈਨਲ ਹੋਊਗਾ, ਜੇ ਕੋਈ ਬਹਿ ਕੇ ਲੌਜਿਕ ਨਾਲ ਗੱਲ ਹੋਊਗੀ, ਅਸੀਂ ਲੌਜਿਕ ਨਾਲ ਪਿਆਰ ਨਾਲ ਜਵਾਬ ਦੇਵਾਂਗੇ, ਕੋਈ ਪ੍ਰੋਬਲਮ ਨਹੀਂ। ਕਿਤੇ ਅਸੀਂ ਭੱਜਣ ਨਹੀਂ ਲੱਗੇ। ਸਿੱਖੀ ਜੇ ਤੂੰ ਨਾ ਬੈਟਰ ਹੋਊਗੀ ਤੇ ਅਸੀਂ ਵੀ ਇੱਥੇ ਹੀ ਆ, ਤੁਸੀਂ ਵੀ ਚੈਨਲ ਤੁਹਾਡਾ ਵੀ ਇੱਥੇ ਹੀ ਆ। ਜਦੋਂ ਮਰਜ਼ੀ ਆਣ ਕੇ ਘੇਰ ਲਿਓ, ਆਹ ਦੱਸੋ ਜੀ ਹੁਣ ਆਹ ਤਾਂ ਤੁਸੀਂ ਕੱਟ ਹੀ ਦਿੱਤਾ। ਸੰਧੂ ਸਾਹਿਬ, ਤੁਸੀਂ ਆਪਣਾ ਸੁਸਾਇਟੀ ਦਾ ਪੱਖ ਰੱਖਿਆ, ਤੁਹਾਡਾ ਤਹਿ ਦਿਲੋਂ ਧੰਨਵਾਦ। 14 ਤਰੀਕ ਤੋਂ ਬਾਅਦ ਕਿਹੜੇ ਡਾਇਰੈਕਟਰ ਨਵੇਂ ਚੁਣੇ ਜਾਂਦੇ ਨੇ, ਫਿਰ ਅਪਡੇਟ ਤੁਹਾਡੇ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਨਾਲ ਛੋਟੀ ਜਿਹੀ ਗੱਲ ਐਡ ਕਰ ਦਿਆਂ ਕਿ ਢੀਂਸਾ ਪਰਿਵਾਰ ਨੇ ਬੜੀ ਇਹ 'ਚ ਦੇਣ ਦਿੱਤੀ ਆ। ਉਹ ਅੱਜ ਵੀ ਪਰਿਵਾਰ ਸਾਰਾ ਉਹਦੇ ਨਾਲ ਆ। ਉਹ ਪਰਿਵਾਰ ਦਾ ਵੀ ਇਹੀ ਆ ਵੀ ਇਹ ਜਿਹੜੀ ਸੁਸਾਇਟੀ ਆ ਗੁਰਦੁਆਰਾ ਸਾਹਿਬ ਨੂੰ ਵਾਪਸ ਦਿੱਤੀ ਜਾਵੇ, ਜਿੱਦਾਂ ਗੁਰਦੁਆਰਾ ਸਾਹਿਬ ਨੇ ਸਾਨੂੰ ਸੰਭਾਲੀ ਸੀ। ਸੋ ਇਹੀ ਏਮ ਆ। ਇਹ ਗੁਰਦੁਆਰਾ ਸਾਹਿਬ ਦਾ ਸੀ, ਗੁਰਦੁਆਰਾ ਸਾਹਿਬ ਦਾ ਹੈ ਤੇ ਗੁਰਦੁਆਰਾ ਸਾਹਿਬ ਦਾ ਹੀ ਰਹੂਗਾ। ਧੰਨਵਾਦ ਜੀ। ਚਾਹੇ ਕੋਈ ਕੁਛ ਕਰੀ ਜਾਵੇ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਦੇ ਹੋਰ ਇਤਰਾਜ਼ ਨੇ, ਪਰ ਦੂਸਰੇ ਪਾਸੇ ਬਹਾਦਰ ਸਿੰਘ ਸੰਧੂ ਜਿਹੜੇ ਇਸ ਸਿੱਖ ਅਕੈਡਮੀ ਦੇ ਮੈਂਬਰ ਨੇ, ਉਹਨਾਂ ਨੇ ਅਕੈਡਮੀ ਦਾ ਪੱਖ ਰੱਖਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ। ਉਹਨਾਂ ਨੇ ਕੁਝ ਬਾਈਲਾਜ਼ ਲਿਆਂਦੇ ਵੀ, ਜਿਸ ਦੇ ਵਿੱਚ ਲਿਖਿਆ ਗਿਆ ਕਿ ਸਿੱਖ ਵੀ ਹੋਣਾ ਚਾਹੀਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ 10 ਗੁਰੂਆਂ ਦੀ ਜੋਤ ਨੂੰ ਮੰਨਣ ਵਾਲਾ ਵੀ ਚਾਹੀਦਾ ਹੈ, ਜਿਹੜਾ ਇਸ ਅਕੈਡਮੀ ਦਾ ਡਾਇਰੈਕਟਰ ਬਣਾਇਆ ਜਾਏਗਾ। ਪਰ ਦੂਸਰੇ ਪਾਸੇ ਕੁਝ ਮਾਪੇ ਇਤਰਾਜ਼ ਕਰ ਰਹੇ ਨੇ ਕਿ ਇਸ ਤੇ ਬਾਈਲਾ ਚੇਂਜ ਕਰ ਦਿੱਤੇ ਨੇ। ਹੁਣ ਫੈਸਲਾ ਤੁਹਾਡੇ ਹੱਥ ਹੈ। ਦੋਵੇਂ ਪਾਸਿਆਂ ਦੀ ਤਸਵੀਰ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਸੀਂ ਨਾ ਸਿੱਖੀ ਤੋਂ ਕਦੇ ਮੁਨਕਰ ਹੋਏ ਹਾਂ ਤੇ ਨਾ ਸਿੱਖੀ ਤੋਂ ਕਦੇ ਮੁਨਕਰ ਹੋਵਾਂਗੇ। ਪਰ ਮਾਪੇ ਇਤਰਾਜ਼ ਕੀ ਪ੍ਰਗਟਾ ਰਹੇ ਸਨ? ਦੋਵੇਂ ਤਰ੍ਹਾਂ ਦੀ ਗੱਲਬਾਤ ਸੁਣ ਲਈ ਹੈ ਤੁਸੀਂ। ਵੇਖਦੇ ਹਾਂ ਕਿ ਹੁਣ ਆਉਣ ਵਾਲਾ ਐਕਸ਼ਨ ਮਾਪੇ ਕੀ ਕਰਦੇ ਹੈ ਅਤੇ ਨਵੇਂ ਚੁਣੇ ਗਏ ਡਾਇਰੈਕਟਰ ਕਿਸ ਤਰ੍ਹਾਂ ਦਾ ਐਕਸ਼ਨ ਲੈਂਦੇ ਹੈ। ਜਿਹੜੀ ਵੀ ਅਪਡੇਟ ਹੋਈ ਅਦਾਰਾ TVN ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਤੁਹਾਡਾ ਸਭਨਾਂ ਦਾ ਤਹਿ ਦਿਲੋਂ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।